क्लास 10th ਦਾ ਹੈਗਾ ਵਾ ਸਮਾਜਿਕ ਵਿਗਿਆਨ ਦਾ ਪੇਪਰ ਯਾਨੀ ਕਿ SST ਦਾ ਪੇਪਰ ਜਿਹਨੂੰ ਆਪਾਂ ਸਮਾਜਿਕ ਸਿੱਖਿਆ ਵੀ ਬੋਲਦੇ ਹਾਂ ਤਾਂ 10 ਅਪ੍ਰੈਲ ਨੂੰ ਤੁਹਾਡਾ ਪੇਪਰ ਆ ਤਾਂ ਫੁੱਲ ਸੋਲੂਸ਼ਨ ਲੈ ਕੇ ਆ ਚੁੱਕਿਆ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਅਸੀਂ ਲੱਭ ਲਏ ਹਨ। ਤਾਂ ਚਲੋ ਤੁਹਾਡੀ ਚੰਗੀ ਤਰ੍ਹਾਂ ਜਿਹੜੀ ਹੈਗੀ ਹੁਣ ਤਿਆਰੀ ਕਰਾ ਦਿੰਦੇ ਆ। ਤਾਂ ਦੇਖ ਲਓ ਸਭ ਤੋਂ ਪਹਿਲਾਂ ਜਿਵੇਂ ਕਿ ਤੁਹਾਡਾ ਇਹ ਪੇਪਰ ਆ ਜਿਹੜਾ SSC 80 ਨੰਬਰ ਦਾ ਆਵੇਗਾ ਤਾਂ ਭਾਗ ਊੜੇ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਬਹੁ ਵਿਕਲਪੀ ਪ੍ਰਸ਼ਨ ਆਣਗੇ 12 ਅੰਕ ਦੇ। ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਇਹਦੇ ਵਿੱਚ ਕਿ ਰਾਜ ਪੁਨਰਗਠਨ ਕਮਿਸ਼ਨ ਨੇ 1953 ਈਸਵੀ ਵਿੱਚ ਸਾਰੇ ਦੇਸ਼ ਨੂੰ ਭਾਸ਼ਾਈ ਆਧਾਰ ਤੇ ਡੈਸ਼ ਵਿੱਚ ਵੰਡ ਦਿੱਤਾ। ਤਾਂ ਪਹਿਲੇ ਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿ ਕੀ ਆ ਜਾਏਗਾ ਤਾਂ ਸੱਸਾ ਆਪਸ਼ਨ ਆ ਜਾਏਗਾ ਯਾਨੀ ਕਿ 14 ਰਾਜਾਂ ਅਤੇ 6 ਕੇਂਦਰ ਸ਼ਾਸਿਤ प्रदेश। ठीक है यानी कि सस्सा ऑप्शन मतलब यह तुहाडा राइट आंसर हो जाएगा 14 राज्य और 6 केंद्र शासित प्रदेश। दूसरा प्रश्न हाँ जी की लिखा दोस्तों अमीन दीवी लकादीप ਅਤੇ ਜਿਹੜਾ ਹੈਗਾ ਦੋਸਤੋ ਆਪਣਾ ਮਿਨੀ ਕੁਆਈ ਭਾਰਤ ਦੇ ਕਿਹੜੇ ਦੀਪ ਦੇ ਭਾਗ ਹਨ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਦੂਸਰੇ ਦਾ ਆ ਜਾਏਗਾ ਈਡੀ ਆਪਸ਼ਨ ਲਕਸ਼ਦੀਪ। ਠੀਕ ਹੈ ਈਡੀ ਆਪਸ਼ਨ ਦੇਖ ਲਓ ਦੋਸਤੋ ਇਹਦਾ ਆਪਣਾ ਜਿਹੜਾ ਹੈਗਾ ਕਰੈਕਟ ਆਨਸਰ ਹੋ ਜਾਏਗਾ। ਅੱਗੇ ਹੈ ਤੀਸਰਾ ਪ੍ਰਸ਼ਨ ਕਿਹੜੀ ਬਨਸਪਤੀ ਮੁੱਖ ਤੌਰ ਤੇ ਜ਼ਿਆਦਾ ਵਰਖਾ ਵਾਲੇ ਭਾਗ ਵਿੱਚ ਮਿਲਦੀ ਹੈ। ਤਾਂ ਤੀਸਰੇ ਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿਹੜਾ ਹੈ ਇਹਦਾ ਆ ਜਾਏਗਾ ਆਪਣਾ ਉਸ਼ਨੂ ਸਦਾਬਹਾਰ ਬਨਸਪਤੀ। ਠੀਕ ਹੈ ਤਾਂ ਇਹਦਾ ਤੁਸੀਂ ਇਹ ਟਿਕ ਲਾ ਲੈਣਾ ਵਾ ਜਿਹੜਾ ਹੈਗਾ ਵਾ ਆੜਾ ਆਪਸ਼ਨ ਯਾਨੀ ਕਿ ਉਸਣ ਸਦਾਬਹਾਰ ਬਨਸਪਤੀ। ਚੌਥਾ ਪ੍ਰਸ਼ਨ ਕੀ ਹੈ ਸਾਡੇ ਪੰਜਾਬ ਰਾਜ ਦਾ ਲਿੰਗ ਅਨੁਪਾਤ ਕਿੰਨਾ ਹੈ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ 853। ਠੀਕ ਹੈ ਜੀ 853 ਨਹੀਂ ਸੌਰੀ 893 ਹੈਗਾ ਵਾ। ਠੀਕ ਹੈ ਤਾਂ ਇਹਦਾ ਦੋਸਤੋ ਤੁਸੀਂ ਆਨਸਰ ਜਿਹੜਾ ਹੈਗਾ 893 ਟਿਕ ਲਾ ਲੈਣਾ ਵਾ। ਤੇ ਦੋਸਤੋ ਕਿੱਥੇ ਨਾ ਜਿਹੜਾ ਹੈਗਾ ਵਾ ਤੁਹਾਡਾ ਇਹਨੇ 895 ਵੀ ਦਿੱਤਾ ਹੋਇਆ ਵਾ। ਠੀਕ ਹੈ 895 ਨੈਟ ਤੇ ਸਰਚ ਮਾਰਦੇ ਆ ਤਾਂ 895 ਆਉਂਦਾ ਵਾ ਤੇ ਕਈ ਜਿਹੜੇ ਤੁਹਾਡੇ ਬੁੱਕਸ ਨੇ ਠੀਕ ਹੈ ਉਹਦੇ ਵਿੱਚ 899 ਵੀ ਦਿੱਤਾ ਹੋਇਆ ਵਾ। ਠੀਕ ਹੈ ਤਾਂ ਥੋੜਾ ਜਿਹੜਾ ਹੈਗਾ ਫਰਕ ਆ। ਤਾਂ ਇੱਥੇ ਦੇਖ ਸਕਦੇ ਹੋ ਕਿ 899 ਨਹੀਂ ਸੀ ਤਾਂ ਇਸ ਲਈ ਆਪਾਂ ਜਿਹੜਾ ਹੈਗਾ 893 ਟਿਕ ਲਾਇਆ ਨਾ ਹੀ 895 ਸੀ ਇਸ ਲਈ ਜਿਹੜਾ ਹੈਗਾ 893 ਇਹਦੇ ਨੇੜੇ ਤੇੜੇ ਸੀਗਾ ਤਾਂ ਕਰਕੇ ਆਪਾਂ 893 ਇੱਥੇ ਲਾਇਆ ਵਾ। ਠੀਕ ਹੈ ਅਗਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਆਪਸ਼ਨ ਇਸ ਦਾ ਆਏਗਾ ਤਾਂ ਤੁਸੀਂ ਮੈਨੂੰ ਦੱਸ ਦੇਣਾ। 2011 ਦੇ ਜਨਗਣਨਾ ਅਨੁਸਾਰ ਦੋਸਤੋ ਤੁਹਾਡਾ ਜਿਹੜਾ ਹੈਗਾ 893 ਜਾਂ 899 ਜਾਂ ਫਿਰ 895 ਹੋਏਗਾ। ਠੀਕ ਹੈ ਤਾਂ ਤੁਸੀਂ ਇਸ ਨੂੰ ਦੇਖ ਲੈਣਾ ਵਾ। ਠੀਕ ਹੈ ਅੱਗੇ ਹੈ ਆਪਣਾ ਪੰਜਵਾਂ ਪ੍ਰਸ਼ਨ ਆਮਦਨ ਦਾ ਜੋ ਭਾਗ ਉਪਭੋਗ ਦੇ ਖਰਚ ਨਹੀਂ ਕੀਤਾ ਜਾਂਦਾ ਹੈ ਸਗੋਂ ਬਚਾ ਕੇ ਪੂੰਜੀ ਨਿਰਮਾਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ। ਤਾਂ ਇਹਦਾ ਆਨਸਰ ਤੁਸੀਂ ਹਾਂ ਸਿੰਪਲ ਦੇ ਵਿੱਚ ਦੇਖ ਸਕਦੇ ਹੋ ਪੰਜਵੇਂ ਦਾ ਆਨਸਰ ਆ ਜਾਏਗਾ ਨਿਵੇਸ਼। ਠੀਕ ਹੈ ਤਾਂ ਇਹ ਨਿਵੇਸ਼ ਇਸ ਦਾ ਰਾਈਟ ਆਨਸਰ ਹੋ ਜਾਏਗਾ ਊਡ ਆਪਸ਼ਨ। ਅੱਗੇ ਆਪਣਾ ਛੇਵਾਂ ਪ੍ਰਸ਼ਨ ਭਾਰਤੀ ਅਰਥ ਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਜਿਹੜੇ ਹੈਗੇ ਆ ਕਿਹੜੇ ਖੇਤਰ ਵਿੱਚ ਮਿਲਦੇ ਹਨ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿੰਨਾ ਆ ਜਾਏਗਾ ਦੋਸਤੋ ਛੇਵੇਂ ਦਾ ਆੜਾ ਆਪਸ਼ਨ ਯਾਨੀ ਕਿ ਖੇਤੀ ਖੇਤਰ ਦੇ ਵਿੱਚ। ਠੀਕ ਹੈ ਜੀ ਯਾਨੀ ਕਿ ਦੋਸਤੋ ਇਹਦਾ ਤੁਸੀਂ ਜਿਹੜਾ ਹੈਗਾ ਵਾ ਆੜਾ ਆਪਸ਼ਨ ਲਾ ਦੇਣਾ ਵਾ ਖੇਤੀ ਖੇਤਰ। ਅੱਗੇ ਆਪਣਾ ਭਾਈ ਲਹਿਣਾ ਕਿਸ ਗੁਰੂ ਦਾ ਪਹਿਲਾ ਨਾਂ ਸੀ। ਤਾਂ ਇਹਦਾ ਅੰਦਰ ਤੁਸੀਂ ਦੇਖ ਸਕਦੇ ਹੋ ਹਾਂਜੀ ਤਾਂ ਇਹਦਾ ਆ ਜਾਏਗਾ ਆਪਣਾ ਗੁਰੂ ਅੰਗਦ ਦੇਵ ਜੀ। ਠੀਕ ਹੈ ਤਾਂ ਗੁਰੂ ਅੰਗਦ ਦੇਵ ਜੀ ਤਾਂ ਆਪਣਾ ਜਿਹੜਾ ਹੈਗਾ ਵਾ ਆੜਾ ਆਪਸ਼ਨ ਬਿਲਕੁਲ ਕਰੈਕਟ ਹੋ ਜਾਏਗਾ। ਅੱਗੇ ਆਪਣਾ 8ਵਾਂ ਪ੍ਰਸ਼ਨ ਗੋਇੰਦਵਾਲ ਸਾਹਿਬ ਦੀ ਸਥਾਪਨਾ ਕਿਹੜੇ ਗੁਰੂ ਨੇ ਅਤੇ ਜਿਹੜਾ ਹੈਗਾ ਕਦੋਂ ਕੀਤੀ। 8ਵਾਂ ਪ੍ਰਸ਼ਨ ਆ ਤਾਂ 8ਵੇਂ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਕੀ ਆ ਜਾਏਗਾ ਗੁਰੂ ਅਮਰਦਾਸ ਜੀ ਨੇ 1546 ਈਸਵੀ ਦੇ ਵਿੱਚ ਕੀਤੀ ਸੀ। ਠੀਕ ਹੈ ਤਾਂ ਇਹਦਾ ਆਪਸ਼ਨ ਵੀ ਜਿਹੜਾ ਹੈਗਾ ਵਾ ਆੜਾ ਆਪਸ਼ਨ ਬਿਲਕੁਲ ਕਰੈਕਟ ਹੋ ਜਾਏਗਾ। 9ਵਾਂ ਪ੍ਰਸ਼ਨ ਕੀ ਹੈ ਬੰਦਾ ਬਹਾਦਰ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਕਿਹੜੀ ਲੜਾਈ ਵਿੱਚ ਮਾਰਿਆ। ਠੀਕ ਹੈ ਤਾਂ ਇਹਦਾ ਆਨਸਰ ਕਿਵੇਂ ਕੀ ਤੁਸੀਂ ਆਹ ਦੇਖ ਸਕਦੇ ਹੋ 9ਵਾਂ ਪ੍ਰਸ਼ਨ ਆ 9ਵੇਂ ਦਾ ਆਨਸਰ ਆ ਜਾਏਗਾ ਚੱਪੜ ਚਿੜੀ ਦੀ ਲੜਾਈ ਵਿੱਚ। ਠੀਕ ਹੈ ਤਾਂ ਚੱਪੜ ਚਿੜੀ ਦੀ ਲੜਾਈ ਦੇਖ ਲਓ ਦੋਸਤੋ ਇਹ ਈਡੀ ਆਪਸ਼ਨ ਕਰੈਕਟ ਹੋਏਗਾ। ਅੱਗੇ ਪਹਿਲੇ ਐਂਗਲੋ ਸਿੱਖ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ। ਤਾਂ ਇਹਦੇ ਅੰਦਰ ਤੁਸੀਂ ਦੇਖ ਸਕਦੇ ਹੋ ਲਾਰਡ ਹਾਰਡਿੰਗ। ਠੀਕ ਹੈ ਜੀ ਤਾਂ ਲਾਰਡ ਹਾਰਡਿੰਗ ਮਤਲਬ ਤਾਂ ਤੁਸੀਂ ਦੇਖ ਸਕਦੇ ਹੋ ਈਡੀ ਆਪਸ਼ਨ ਇਸ ਦਾ ਕਰੈਕਟ ਹੋ ਜਾਏਗਾ ਲਾਰਡ ਹਾਰਡਿੰਗ। ਠੀਕ ਹੈ ਅਗਲਾ ਪ੍ਰਸ਼ਨ ਕੀ ਹੈ ਆਪਣੇ ਸਿੱਖਿਆ ਦੇ ਅਧਿਕਾਰ ਨੂੰ ਸੰਵਿਧਾਨ ਦੇ ਅਨੁਛੇਦ 21A ਤਹਿਤ ਕਿਸ ਅਧਿਕਾਰ ਅਧੀਨ ਦਰਜ ਕੀਤਾ ਗਿਆ ਹੈ। ਤਾਂ ਇਹਦਾ ਆਨਸਰ ਜਿਹੜਾ ਹੈਗਾ ਤੁਸੀਂ ਆਹ ਦੇਖ ਸਕਦੇ ਹੋ ਇੱਥੇ ਇਹਨਾਂ ਨੇ ਈਡੀ ਆਪਸ਼ਨ ਲਾਇਆ ਵਾ ਬਟ ਦੋਸਤੋ ਇਹ ਪੱਕਾ ਨਹੀਂ ਹੈਗਾ ਕਿ ਈਡੀ ਆਪਸ਼ਨ ਹੀ ਇੱਥੇ ਆਵੇਗਾ। ਜਿਵੇਂ ਕਿ ਆਹ ਤੁਸੀਂ ਦੇਖ ਸਕਦੇ ਹੋ ਈਡੀ ਆਪਸ਼ਨ ਯਾਨੀ ਕਿ ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ। ਠੀਕ ਹੈ ਤਾਂ ਇਹਦੇ ਅਕੋਰਡਿੰਗ ਮੈਨੂੰ ਲੱਗਦਾ ਕਿ ਇਹ ਆਨਸਰ ਇਸ ਦਾ ਈਡੀ ਆਪਸ਼ਨ ਆ ਸਕਦਾ ਵਾ। ਅਗਰ ਤੁਹਾਨੂੰ ਲੱਗਦਾ ਕਿ ਕੋਈ ਹੋਰ ਆਏਗਾ ਊੜਾ ਆੜਾ ਜਾਂ ਫਿਰ ਸੱਸਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਕਿਉਂਕਿ ਜਦੋਂ ਆਪਾਂ ਨੇ ਇਹਨੂੰ ਲੱਭ ਰਹੇ ਸੀ 21A ਤਾਂ ਇਹ ਇੱਕ ਫੰਡਾਮੈਂਟਲ ਰਾਈਟ ਆ। ਠੀਕ ਹੈ ਮੌਲਿਕ ਅਧਿਕਾਰ ਦੱਸ ਰਿਹਾ ਸੀਗਾ ਕਿ ਮੌਲਿਕ ਅਧਿਕਾਰ ਆ ਬਟ ਇੱਥੇ ਦੋਸਤੋ ਦੇਖ ਲਓ ਮੌਲਿਕ ਅਧਿਕਾਰ ਕੋਈ ਦਿੱਤਾ ਨਹੀਂ ਹੋਇਆ ਬਟ ਦੋਸਤੋ ਇਹ ਜਰਨਲ ਦੇ ਵਿੱਚ ਦੇਖਿਆ ਜਾਏ ਨਾ ਸਮਾਨਤਾ ਅਧਿਕਾਰ ਸ਼ੋਸ਼ਣ ਵਿਰੁੱਧ ਅਧਿਕਾਰ ਸੁਤੰਤਰਤਾ ਅਧਿਕਾਰ ਇਹ ਮੌਲਿਕ ਅਧਿਕਾਰ ਹੀ ਨੇ। ਠੀਕ ਹੈ ਜੀ ਆਹ ਜਿਹੜੇ ਤਿੰਨ ਨੇ। ਠੀਕ ਹੈ
ਤਾਂ ਹੁਣ ਦੋਸਤੋ ਇਹ ਸਪੈਸੀਫਿਕ ਲਿਖਿਆ ਨਹੀਂ ਹੋਇਆ ਕਿ ਇਹ ਮੌਲਿਕ ਅਧਿਕਾਰ ਦੇ ਵਿੱਚ ਹੈਗਾ ਵਾ ਜਾਂ ਨਹੀਂ, ਤਾਂ ਇਸ ਲਈ ਸਾਨੂੰ ਥੋੜ੍ਹੀ ਬਹੁਤ ਕਨਫਿਊਜ਼ਨ ਆ ਕਿ ਇਹ ਤੁਹਾਡਾ ਹੈਗਾ ਕਿਹੜਾ ਆਨਸਰ ਇਹਦਾ ਆਵੇਗਾ। ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਅਗਰ ਤੁਹਾਨੂੰ ਪਤਾ ਇਸ ਦਾ ਆਨਸਰ ਕਿ ਕਿਹੜਾ ਆਏਗਾ ਕਰੈਕਟ ਬਿਲਕੁਲ, ਠੀਕ ਹੈ। ਮੈਨੂੰ ਈਡੀ ਆਪਸ਼ਨ ਲੱਗ ਰਿਹਾ, ਅਗਰ ਤੁਹਾਨੂੰ ਕੋਈ ਹੋਰ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਹਜੇ ਦੱਸ ਦਿਓ ਤਾਂ ਕਿ ਹੋਰ ਵਿਦਿਆਰਥੀਆਂ ਨੂੰ ਵੀ ਪਤਾ ਲੱਗ ਸਕੇ। 12ਵਾਂ ਪ੍ਰਸ਼ਨ ਕੀ ਹੈ, ਰਾਜ ਵਿਧਾਨ ਸਭਾ ਵਿੱਚ ਬਹੁਮਤ ਪ੍ਰਾਪਤ ਵਿਅਕਤੀ ਨੂੰ ਡੈਸ਼ ਵੱਲੋਂ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਤਾਂ ਇਹਦਾ ਆਨਸਰ ਤੁਸੀਂ ਆਹ ਸਿੰਪਲ ਦੇ ਵਿੱਚ ਦੇਖ ਸਕਦੇ ਹੋ, ਰਾਜਪਾਲ, ਠੀਕ ਹੈ ਜੀ। ਜਿਹੜਾ ਗਵਰਨਰ ਹੁੰਦਾ ਵਾ ਉਸ ਦੁਆਰਾ ਜਿਹੜਾ ਹੈਗਾ ਵਾ ਮੁੱਖ ਮੰਤਰੀ ਨੂੰ ਨਿਯੁਕਤ ਕੀਤਾ ਜਾਂਦਾ ਵਾ। ਜਿਵੇਂ ਕਿ ਹੁਣ ਆਪਣੇ ਪੰਜਾਬ ਦੇ, ਠੀਕ ਹੈ, ਕੌਣ ਨੇ ਚੀਫ ਮਿਨਿਸਟਰ, ਤਾਂ ਭਗਵੰਤ ਮਾਨ ਜੀ ਨੇ, ਤਾਂ ਉਹਨਾਂ ਨੂੰ ਕਿਸ ਨੇ ਅਪੁਆਇੰਟ ਕੀਤਾ ਹੋਊਗਾ, ਤਾਂ ਰਾਜਪਾਲ ਨੇ, ਠੀਕ ਹੈ ਜੀ। ਰਾਜਪਾਲ ਦੋਸਤੋ ਕੌਣ ਨੇ, ਆਪਣੇ ਬਨਵਾਰੀ ਲਾਲ ਪੁਰੋਹਿਤ ਜਿਹੜੇ ਆਪਣੇ ਉਹਨਾਂ ਨੇ ਇਹ ਕੀਤਾ ਹੋਣਾ, ਠੀਕ ਹੈ ਜੀ। ਅੱਗੇ ਆਪਣਾ ਪ੍ਰਸ਼ਨ ਭਾਗ ਆੜੇ ਦੇ ਵਿੱਚੋਂ ਨੇ, ਤਾਂ ਦੇਖੋ ਪ੍ਰਸ਼ਨ ਦੂਸਰਾ ਇਹਦੇ ਵਿੱਚ ਕੀ ਹੈ। ਪਹਿਲਾ ਪ੍ਰਸ਼ਨ ਦੇ ਵਿੱਚ ਦੇਖੋ ਭਾਰਤ ਦਾ ਖੇਤਰਫਲ ਕਿੰਨਾ ਹੈ, ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਅਸੀਂ ਗਾਈਡ ਦੇ ਵਿੱਚ ਲੱਭਿਆ ਵੀ ਹੋਇਆ ਹੈ। ਤਾਂ ਦੇਖ ਸਕਦੇ ਹੋ ਭਾਰਤ ਦਾ ਖੇਤਰਫਲ ਲਗਭਗ 32,87,263 ਵਰਗ ਕਿਲੋਮੀਟਰ ਹੈ, ਠੀਕ ਹੈ। ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਉਸ ਤੋਂ ਬਾਅਦ ਆਪਣਾ ਦੂਸਰਾ ਪ੍ਰਸ਼ਨ ਦੇਖੋ ਕੀ ਇੱਥੇ, ਜੈਟ ਸਟਰੀਮ ਕਿਸ ਨੂੰ ਕਹਿੰਦੇ ਹਨ, ਠੀਕ ਹੈ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਜੈਟ ਸਟਰੀਮ ਕਿਸ ਨੂੰ ਕਹਿੰਦੇ ਹਨ, ਤਾਂ ਤਰਤਾਲ ਤੋਂ 3 ਕਿਲੋਮੀਟਰ ਦੀ ਉਚਾਈ ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ ਨੂੰ ਜੈਟ ਸਟਰੀਮ ਕਹਿੰਦੇ ਹਨ। ਤਾਂ ਇਹ ਆਨਸਰ ਤੁਹਾਡਾ ਹੋ ਜਾਏਗਾ। ਅਗਲਾ ਆਪਣਾ ਪ੍ਰਸ਼ਨ ਕੀ ਹੈ, ਰਾਜ ਵਣ ਕਿਸ ਨੂੰ ਕਹਿੰਦੇ ਹਨ, ਤਾਂ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ, ਰਾਜ ਵਣ, ਠੀਕ ਹੈ। ਯਾਨੀ ਕਿ ਰਾਜ ਵਣ ਉਹ ਵਣ ਹਨ ਜਿਸ ਤੇ ਕਿਸੇ ਰਾਜ ਸਰਕਾਰ ਦਾ ਏਕਾਧਿਕਾਰ ਹੁੰਦਾ ਹੈ, ਠੀਕ ਹੈ ਜੀ। ਤਾਂ ਇਹ ਆਨਸਰ ਇਸਦਾ ਹੋ ਜਾਏਗਾ। ਅੱਗੇ ਆਪਣਾ ਨਿਰਮਾਣ ਉਦਯੋਗ ਕਿਸ ਨੂੰ ਕਹਿੰਦੇ ਹਨ, ਤਾਂ ਦੇਖੋ ਆਨਸਰ ਇਸਦਾ ਨਿਰਮਾਣ ਉਦਯੋਗ, ਤਾਂ ਵੱਡੇ ਪੱਧਰ ਤੇ ਭਾਰੀ ਮਸ਼ੀਨਾਂ ਦੇ ਉਪਯੋਗ ਨਾਲ ਵੱਧ ਉਤਪਾਦਨ ਕਰਨ ਨੂੰ ਨਿਰਮਾਣ ਉਦਯੋਗ ਕਿਹਾ ਜਾਂਦਾ ਹੈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ, ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ, ਤਾਂ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ, ਜਿਵੇਂ ਕਿ ਭਾਰਤੀ ਰਿਜ਼ਰਵ ਬੈਂਕ, ਇਸ ਦੀ ਸਥਾਪਨਾ 1 ਅਪ੍ਰੈਲ 1935 ਨੂੰ ਰਿਜ਼ਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਨੁਸਾਰ ਕੀਤੀ ਗਈ। ਤਾਂ ਇਹਦਾ ਆਨਸਰ ਆ ਜਾਏਗਾ 1 ਅਪ੍ਰੈਲ 1935 ਨੂੰ ਜਿਹੜਾ ਹੈਗਾ ਵਾ RBI ਦੀ ਸਥਾਪਨਾ ਹੋਈ, ਠੀਕ ਹੈ ਜੀ। ਯਾਨੀ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ। ਅੱਗੇ ਹੈ 6ਵਾਂ ਪ੍ਰਸ਼ਨ, ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚੋਂ ਜਦੋਂ ਘਿਸਾਵਟ ਖਰਚ ਸ਼ਾਮਿਲ ਰਹਿੰਦਾ ਹੈ ਤਾਂ ਉਸ ਨੂੰ ਡੈਸ਼ ਆਮਦਨ ਕਿਹਾ ਜਾਂਦਾ ਹੈ। ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ, ਤਾਂ ਉਸ ਨੂੰ ਦੋਸਤੋ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜੇ ਘਿਸਾਵਟ ਖਰਚ ਸ਼ਾਮਿਲ ਰਿਹਾ ਹੈ ਤਾਂ ਉਸ ਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਸ ਤੋਂ ਉਲਟ ਜੇ ਉਸ ਵਿੱਚ ਘਿਸਾਵਟ ਖਰਚ ਘਟਾ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਸੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਤਾਂ ਆਪਣਾ ਦੋਸਤੋ ਇੱਥੇ ਆਨਸਰ ਜਿਹੜਾ ਹੈਗਾ ਕੁੱਲ ਰਾਸ਼ਟਰੀ ਆਮਦਨ ਬਣੇਗਾ। ਅਗਲਾ ਪ੍ਰਸ਼ਨ ਹੈ ਆਪਣਾ, ਯੂਨਾਨੀਆਂ ਨੇ ਪੰਜਾਬ ਨੂੰ ਡੈਸ਼ ਨਾਂ ਦਿੱਤਾ, ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ, ਤਾਂ ਦੋਸਤੋ ਇਹਦਾ ਆਨਸਰ ਹੈਗਾ ਵਾ ਪੈਟਾਪੋਟਾਮੀਆ, ਠੀਕ ਹੈ। ਤਾਂ ਇਹਦਾ ਜਿਹੜਾ ਹੈਗਾ ਪੈਟਾਪੋਟਾਮੀਆ ਆ ਜਾਏਗਾ। ਅਗਲਾ ਪ੍ਰਸ਼ਨ, ਡੈਸ਼ ਨੂੰ ਆਮ ਕਰਕੇ ਪਾਂਗੀ ਪਹਾੜੀਆਂ ਦੀ ਲੜੀ ਕਿਹਾ ਜਾਂਦਾ ਹੈ, ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਮੱਧ ਹਿਮਾਲਯ ਨੂੰ ਆਮ ਕਰਕੇ ਪਾਂਗੀ ਪਹਾੜੀ ਦੀ ਲੜੀ ਕਿਹਾ ਜਾਂਦਾ ਹੈ, ਯਾਨੀ ਕਿ ਮੱਧ ਹਿਮਾਲਿਆ ਇਸ ਦਾ ਰਾਈਟ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਵਿਖੇ ਕਿਸ ਕੋਲ ਨੌਕਰੀ ਕੀਤੀ, ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਸੁਲਤਾਨਪੁਰ ਵਿੱਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਕੰਮ ਕੀਤਾ, ਉਹਨਾਂ ਨੇ ਉੱਥੇ 10 ਸਾਲਾਂ ਤੱਕ ਕੰਮ ਕੀਤਾ। ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਆਪਣਾ, ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਤੋਂ ਲਾਹੌਰ ਡੈਸ਼ ਵਿੱਚ ਜਿੱਤਿਆ, ਠੀਕ ਹੈ ਜੀ। ਤਾਂ ਇਹਦਾ ਆਨਸਰ ਸਿੰਪਲ ਦੇ ਵਿੱਚ ਜੇ ਤੁਹਾਨੂੰ ਦੱਸਿਆ ਤਾਂ 1799 ਈਸਵੀ ਦੇ ਵਿੱਚ ਹੋ ਜਾਏਗਾ ਇਸ ਦਾ ਆਨਸਰ, ਠੀਕ ਹੈ। ਯਾਨੀ ਕਿ 1799 ਈਸਵੀ ਦੇ ਵਿੱਚ ਭੰਗੀ ਸਰਦਾਰਾਂ ਤੋਂ ਜਿਹੜਾ ਹੈਗਾ ਵਾ ਲਾਹੌਰ ਜਿੱਤਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ, ਠੀਕ ਹੈ। ਅਗਲਾ ਪ੍ਰਸ਼ਨ ਕੀ ਆਪਣਾ ਇੱਥੇ, ਭਾਰਤ ਦਾ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ, ਤਾਂ ਇਹ ਜਿਹੜਾ ਕੁਐਸਚਨ ਹੈ ਨਾ ਇਹਦੇ ਵਿੱਚ ਵੀ ਬਹੁਤ ਕਨਫਿਊਜ਼ਨ ਆ। ਤਾਂ ਦੇਖੋ ਮੇਰੇ ਅਕੋਰਡਿੰਗ ਜਿੱਥੇ ਤੱਕ ਮੈਂ ਰਿਸਰਚ ਕੀਤੀ ਆ, ਮੈਨੂੰ ਇਹਦਾ ਆਨਸਰ ਇਹੀ ਲੱਭਿਆ ਵਾ ਕਿ ਭਾਰਤ ਦਾ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ, 9 ਦਸੰਬਰ 1946 ਇਹਦਾ ਆਨਸਰ ਹੋਵੇਗਾ, ਠੀਕ ਹੈ। 1946 ਇਹਦਾ ਆਨਸਰ ਜਿਹੜਾ ਹੈਗਾ ਹੋਵੇਗਾ 9 ਦਸੰਬਰ 1946। ਬਟ ਕਈ ਵਾਰੀ ਜਿਵੇਂ ਕਿ ਅਗਰ ਕੁਛ ਵਿਦਿਆਰਥੀ ਕਹਿਣਗੇ ਤਾਂ ਬਈ ਇਹਦਾ ਆਨਸਰ ਇਹ ਵੀ ਬਣੇਗਾ 1946 ਵਿੱਚ ਸੰਵਿਧਾਨ ਸਭਾ ਦੇ ਚੁਣੇ ਗਏ ਮੈਂਬਰ ਨੇ ਭਾਰਤ ਦੇ ਸੰਵਿਧਾਨ 'ਤੇ ਕੰਮ ਕੀਤਾ ਅਤੇ ਅੰਤ ਵਿੱਚ ਇਹ 26 ਨਵੰਬਰ 1949 ਨੂੰ ਇਸ ਦਾ ਖਰੜਾ ਤਿਆਰ ਕੀਤਾ ਗਿਆ, ਠੀਕ ਹੈ। ਤਾਂ ਦੋਸਤੋ ਇਹ ਨਾ ਕਨਫਿਊਜ਼ਨ ਆ ਥੋੜ੍ਹੀ ਜਿਹੀ ਕਿ ਇਹਦਾ ਆਨਸਰ ਜਿਹੜਾ ਹੈਗਾ ਵਾ ਮੈਂ ਜਿਹੜਾ ਤੁਹਾਨੂੰ ਦੱਸਿਆ ਵਾ ਉਹੀ ਆਏਗਾ ਜਾਂ ਫਿਰ ਕੋਈ ਹੋਰ ਆਏਗਾ, ਜਿਵੇਂ ਕਿ ਮੈਨੂੰ ਲੱਗਦਾ ਆਹ ਵਾਲਾ ਇਸ ਦਾ ਆਨਸਰ ਬਣੇਗਾ, ਠੀਕ ਹੈ। ਬਾਕੀ ਤੁਸੀਂ ਮੈਨੂੰ ਕਨਫਰਮ ਕਰਕੇ ਦੱਸ ਦਿਓ ਕਿ ਇਹਦਾ ਆਨਸਰ ਇਹੀ ਆਏਗਾ, ਠੀਕ ਹੈ। ਤੁਸੀਂ ਅਗਰ ਲੱਭ ਸਕਦੇ ਹੋ ਤਾਂ ਤੁਸੀਂ ਮੈਨੂੰ ਲੱਭ ਕੇ ਜ਼ਰੂਰ ਦੱਸ ਦੇਣਾ, ਮੈਂ ਜਿੱਥੇ ਤੱਕ ਲੱਭਿਆ ਮੈਨੂੰ ਇਹੀ ਆਨਸਰ ਲੱਗ ਰਿਹਾ ਵਾ। ਅੱਗੇ ਆਪਣਾ, ਬਿੱਲ ਦੇ ਕਿਸ ਪੜਾਅ 'ਤੇ ਸਦਨ ਵਿੱਚ ਬਹਿਸ ਨਹੀਂ ਹੁੰਦੀ, ਤਾਂ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ। ਤਾਂ ਇਹਦਾ ਆਨਸਰ ਆ ਜਾਏਗਾ ਇੱਥੇ, ਆ ਦੇਖੋ, ਪਹਿਲਾ ਪੜਾਅ, ਠੀਕ ਹੈ, ਜਾਂ ਫਿਰ ਪੜਤ। ਇਸ ਹਾਲਤ ਵਿੱਚ ਬਿੱਲ ਉੱਤੇ ਬਹਿਸ ਨਹੀਂ ਹੁੰਦੀ, ਇਸ ਦੇ ਸਿਰਫ ਮੁੱਖ ਉਦੇਸ਼ ਦੱਸੇ ਜਾਂਦੇ ਹਨ। ਤਾਂ ਇਹ ਆਨਸਰ ਜਿਹੜਾ ਹੈਗਾ ਵਾ
ਹੋ ਜਾਏਗਾ। ਅਗਲਾ ਆਪਣਾ ਭਾਗ ਈੜੀ ਆ, ਤਾਂ ਦੇਖੋ ਇਹਦੇ ਵਿੱਚ ਪਹਿਲਾ ਪ੍ਰਸ਼ਨ ਕੀ ਹੈ, ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੀ ਹੁੰਦੀ ਹੈ, ਵਿਆਖਿਆ ਕਰੋ। ਠੀਕ ਹੈ ਜੀ, ਤਾਂ ਚਲੋ ਦੇਖਦੇ ਹਾਂ ਆਨਸਰ ਇਸ ਦਾ ਕੀ ਆ ਜਾਏਗਾ। ਦੇਖੋ ਆਹੀ ਤੁਹਾਡਾ ਪ੍ਰਸ਼ਨ ਸੀਗਾ, ਤਾਂ ਆਨਸਰ ਦੇਖੋ ਅਰੁਣਾਚਲ ਤੋਂ ਗੁਜਰਾਤ ਤੱਕ ਦੀ ਦੂਰੀ ਜਿਹੜੀ ਹੈਗੀ ਆ 2933 ਕਿਲੋਮੀਟਰ ਹੈ। ਅਸੀਂ ਇੰਜ ਵੀ ਆਖ ਸਕਦੇ ਹਾਂ ਕਿ ਅਰੁਣਾਚਲ ਤੋਂ ਲੈ ਕੇ ਗੁਜਰਾਤ ਵਿਚਕਾਰ ਸਥਿਤ ਰਨ ਆਫ ਕੱਛ ਦੇ ਦਰਮਿਆਨ 29 ਡਿਗਰੀ 12 ਦਾ ਜਿਹੜਾ ਹੈਗਾ ਦੇਸ਼ਾਂਤਰੀ ਫਰਕ ਹੈ। ਹਰੇਕ ਦੇਸ਼ਾਂਤਰ ਰੇਖਾ ਵਿੱਚ 4 ਮਿੰਟ ਦਾ ਫਰਕ ਹੁੰਦਾ ਹੈ। ਦੋਹਾਂ ਥਾਵਾਂ ਦੇ ਸਮੇਂ ਵਿੱਚ 2 ਘੰਟਿਆਂ ਦਾ ਫਰਕ ਪੈ ਜਾਂਦਾ ਹੈ। ਪੂਰਬ ਵਿੱਚ ਸਥਿਤ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਦਾ ਜਿਹੜਾ ਹੈਗਾ ਵਾ ਸਥਾਨਿਕ ਸਮਾਂ ਪੱਛਮ ਵਿੱਚ ਸਥਿਤ ਗੁਜਰਾਤ ਦੇ ਸਥਾਨਿਕ ਸਮੇਂ ਤੋਂ ਅੱਗੇ ਰਹਿੰਦਾ ਹੈ। ਇਸ ਲਈ ਜਦੋਂ ਅਰੁਣਾਚਲ ਪ੍ਰਦੇਸ਼ ਜਿਹੜਾ ਹੈਗਾ ਵਾ ਅਰੁਣਾਚਲ ਪ੍ਰਦੇਸ਼ ਵਿੱਚ ਜਿਹੜਾ ਹੈਗਾ ਸੂਰਜ ਨਿਕਲਦਾ ਤਾਂ ਉਸ ਸਮੇਂ ਗੁਜਰਾਤ ਵਿੱਚ ਰਾਤ ਹੁੰਦੀ ਹੈ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਦੇਖੋ ਕੀ ਹੈ ਇੱਥੇ ਹੁਣ। ਅਗਲਾ ਪ੍ਰਸ਼ਨ ਹੈ ਆਪਣਾ, ਭਾਰਤੀ ਖੇਤੀ ਨੂੰ ਨਿਰਵਾਹ ਖੇਤੀ ਕਿਉਂ ਕਹਿੰਦੇ ਹਨ? ਤਾਂ ਆਨਸਰ ਦੇਖੋ ਆਹੀ ਪ੍ਰਸ਼ਨ ਹੈ ਤੁਹਾਡਾ, ਭਾਰਤੀ ਖੇਤੀ ਨੂੰ ਨਿਰਵਾਹ ਖੇਤੀ ਕਿਉਂ ਕਹਿੰਦੇ ਹਨ? ਤਾਂ ਭਾਰਤ ਵਿੱਚ ਜਿਹੜਾ ਹੈਗਾ ਜ਼ਿਆਦਾਤਰ ਜੋਤਾਂ ਦਾ ਅਧਿਕਾਰ ਬਹੁਤ ਛੋਟਾ ਹੈ। ਠੀਕ ਹੈ, ਛੋਟੇ ਛੋਟੇ ਖੇਤਾਂ 'ਤੇ ਮਿਹਨਤ ਅਤੇ ਪੂੰਜੀ ਦਾ ਵਧੇਰੇ ਲੱਗਦੀ ਹੈ, ਪਰੰਤੂ ਆਰਥਿਕ ਲਾਭ ਬਹੁਤ ਹੀ ਘੱਟ ਹੁੰਦਾ ਹੈ। ਛੋਟੇ ਕਿਸਾਨਾਂ ਨੂੰ ਸਿੰਜਾਈ ਦੇ ਲਈ ਟਿਊਬਵੈੱਲ ਦਾ ਜਿਹੜਾ ਹੈਗਾ ਪਾਣੀ ਅਤੇ ਖੇਤੀ ਯੰਤਰ ਵੱਡੇ ਕਿਸਾਨਾਂ ਤੋਂ ਕਿਰਾਏ 'ਤੇ ਲੈਣੇ ਪੈਂਦੇ ਹਨ। ਉਹਨਾਂ ਨੂੰ ਮਹਿੰਗੀਆਂ ਰਸਾਇਣਿਕ ਖਾਦਾਂ ਵੀ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਹਨ। ਇਸ ਨਾਲ ਉਹਨਾਂ ਦੀ ਅਸਲ ਬੱਚਤ ਬਹੁਤ ਹੀ ਘੱਟ ਹੋ ਜਾਂਦੀ ਹੈ। ਇਹਨਾਂ ਕਾਰਨਾਂ ਕਰਕੇ ਭਾਰਤੀ ਖੇਤੀ ਨਿਰਵਾਹ ਖੇਤੀ ਜਿਹੜੇ ਹੈਗੇ ਆ ਉਸ ਨੂੰ ਕਹਿੰਦੇ ਹਨ। ਤਾਂ ਅਗਲਾ ਪ੍ਰਸ਼ਨ ਕੀ ਆਪਣਾ, ਮੁਦਰਾ ਸਫੀਤੀ ਤੋਂ ਕੀ ਭਾਵ ਹੈ, ਇਸ ਦੀ ਵਿਆਖਿਆ ਕਰੋ। ਤਾਂ ਆਨਸਰ ਦੇਖੋ ਇਹਦਾ ਆਨਸਰ ਇਹ ਆਵੇਗਾ, ਮੁਦਰਾ ਸਫੀਤੀ ਅੱਜ ਦੇ ਯੁੱਗ ਦੀ ਸਭ ਤੋਂ ਗੰਭੀਰ ਸਮੱਸਿਆ ਵਿੱਚੋਂ ਇੱਕ ਹੈ। ਦੁਨੀਆ ਦਾ ਕੋਈ ਅਜਿਹਾ ਦੇਸ਼ ਨਹੀਂ ਹੈ ਜੋ ਇਸ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਅਸਲ ਵਿੱਚ ਦੁਨੀਆ ਦਾ ਹਰ ਦੇਸ਼, ਚਾਹੇ ਉਹ ਵਿਕਸਿਤ ਹੋਵੇ ਜਾਂ ਫਿਰ ਘੱਟ ਵਿਕਸਿਤ, ਪੂੰਜੀਵਾਦੀ ਹੋਵੇ ਜਾਂ ਫਿਰ ਸਮਾਜਵਾਦੀ ਹੋਵੇ, ਇਸ ਸਮੱਸਿਆ ਦਾ ਸ਼ਿਕਾਰ ਰਿਹਾ ਹੈ। ਫਰਕ ਸਿਰਫ ਇਹੀ ਰਿਹਾ ਹੈ ਕਿ ਕੁਝ ਦੇਸ਼ਾਂ ਦਾ ਇਸ ਤੋਂ ਜਿਹੜਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਦੋਂ ਕਿ ਦੂਜਿਆਂ ਦੇ ਮੁਕਾਬਲੇ ਵਿੱਚ ਘੱਟ। ਆਮ ਤੌਰ 'ਤੇ ਕੀਮਤ ਪੱਧਰ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਮੁਦਰਾ ਸਫੀਤੀ ਕਿਹਾ ਜਾਂਦਾ ਹੈ। ਪ੍ਰੋਫੈਸਰ ਪੀਟਰਸਨ ਦੇ ਸ਼ਬਦਾਂ ਵਿੱਚ ਜਿਹੜਾ ਹੈਗਾ ਵਾ ਵਿਸਤ੍ਰਿਤ ਅਰਥਾਂ ਵਿੱਚ ਮੁਦਰਾ ਸਫੀਤੀ ਤੋਂ ਭਾਵ ਸਧਾਰਨ ਕੀਮਤ ਪੱਧਰ ਵਿੱਚ ਹੋਣ ਵਾਲੇ ਸਥਾਈ ਅਤੇ ਲਗਾਤਾਰ ਵਾਧੇ ਤੋਂ ਹੈ। ਮੁਦਰਾ ਸਫੀਤੀ ਦੇ ਜਿਹੜੇ ਇਹ ਹੈਗੇ ਆ ਕਈ ਕਾਰਨ ਹੋ ਸਕਦੇ ਹਨ, ਪਰੰਤੂ ਇਸ ਦਾ ਮੁੱਖ ਕਾਰਨ ਮੰਗ ਦੀ ਪੂਰਤੀ ਤੋਂ ਵੱਧ ਹੋਣਾ ਹੈ। ਜਦੋਂ ਵਸਤੂਆਂ ਦੀ ਮੰਗ ਉਹਨਾਂ ਦੀ ਪੂਰਤੀ ਤੋਂ ਵੱਧ ਹੋ ਜਾਂਦੀ ਹੈ ਤਾਂ ਕੀਮਤ ਵਧਣ ਲੱਗਦੀਆਂ ਹਨ, ਮੁਦਰਾ ਸਫੀਤੀ ਜਿਹੜੀ ਹੈਗੀ ਪੈਦਾ ਹੋ ਜਾਂਦੀ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਇੱਥੇ ਆਪਣਾ ਦੇਖੋ, ਅਗਲਾ ਪ੍ਰਸ਼ਨ ਹੈ ਆਪਣਾ ਇੱਥੇ ਆਹ ਹੋ ਗਿਆ ਸੀਗਾ, ਮੁਦਰਾ ਸਫੀਤੀ ਭਾਰਤੀ ਖੇਤੀ ਦੀਆਂ ਮੁੱਖ ਸਮੱਸਿਆਵਾਂ ਦਾ ਜਿਹੜਾ ਹੈਗਾ ਵਾ ਵਰਣਨ ਕਰੋ। ਤਾਂ ਦੇਖੋ ਆਹੀ ਤੁਹਾਡਾ ਪ੍ਰਸ਼ਨ ਆ। ਠੀਕ ਹੈ, ਭਾਰਤੀ ਖੇਤੀ ਦੀਆਂ ਸਮੱਸਿਆਵਾਂ। ਤਾਂ ਦੇਖੋ ਸਭ ਤੋਂ ਪਹਿਲਾਂ ਹੈ ਮਨੁੱਖੀ ਸਮੱਸਿਆਵਾਂ। ਭਾਰਤੀ ਖੇਤੀ ਦੇ ਪਿਛੜੇ ਪੜਨ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿੱਚ ਖੇਤੀ ਉੱਤੇ ਬਹੁਤ ਹੀ ਜਿਹੜਾ ਹੈਗਾ ਜ਼ਿਆਦਾ ਲੋਕ ਨਿਰਭਰ ਹਨ। ਜ਼ਮੀਨ ਉੱਤੇ ਜਨਸੰਖਿਆ ਦਾ ਵਧੇਰੇ ਦਬਾਅ ਹੋਣ ਦੇ ਕਾਰਨ ਜਿਹੜਾ ਹੈਗਾ ਉਪ ਵੰਡ ਅਤੇ ਵਿਖੰਡਨ ਦੀ ਸਮੱਸਿਆ ਪੈਦਾ ਹੋਈ ਹੈ। ਛਿਪੀ ਹੋਈ ਬੇਰੁਜ਼ਗਾਰੀ ਵਧੀ ਹੈ। ਭਾਰਤੀ ਕਿਸਾਨ ਅਨਪੜ੍ਹ ਹਨ। ਇਸ ਤੋਂ ਇਲਾਵਾ ਭਾਰਤੀ ਕਿਸਾਨ ਜਿਹੜਾ ਹੈਗਾ ਵਾ ਕਿਸਮਤਵਾਦੀ, ਅੰਧ ਵਿਸ਼ਵਾਸੀ ਅਤੇ ਰੂੜੀਵਾਦੀ ਹਨ, ਜੋ ਕਿ ਉਹਨਾਂ ਦੇ ਵਿਕਾਸ ਵਿੱਚ ਰੁਕਾਵਟ ਹਨ। ਦੂਸਰਾ ਹੈਗਾ ਆਪਣਾ ਸੰਸਥਾਗਤ ਸਮੱਸਿਆ। ਤਾਂ ਭਾਰਤ ਵਿੱਚ ਜਿਹੜੇ ਹੈਗੇ ਜ਼ਿਆਦਾਤਰ ਜਿਹੜੇ ਹੈਗੇ ਖੇਤ ਬਹੁਤ ਛੋਟੇ ਛੋਟੇ ਹਨ। ਖੇਤਾਂ ਦੇ ਛੋਟੇ ਛੋਟੇ ਹੋਣ ਦੇ ਕਾਰਨ ਉਹਨਾਂ ਉੱਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਨਾਲ ਪਸ਼ੂਆਂ, ਯੰਤਰਾਂ ਅਤੇ ਸਿੰਜਾਈ ਖੇਤਰ ਦੀ ਫਜ਼ੂਲ ਖਰਚੀ ਹੁੰਦੀ ਹੈ। ਅੱਗੇ ਹੈ ਤੀਸਰਾ ਪੁਆਇੰਟ, ਤਕਨੀਕੀ ਸਮੱਸਿਆਵਾਂ। ਤਾਂ ਦੇਖੋ ਸਿੰਚਾਈ ਦੀਆਂ ਘੱਟ ਸਹੂਲਤਾਂ, ਪੁਰਾਣੇ ਖੇਤੀ ਔਜ਼ਾਰ, ਖੇਤੀ ਦੇ ਪੁਰਾਣੇ ਤਰੀਕੇ, ਉੱਨਤ ਬੀਜਾਂ ਦੀ ਘਾਟ, ਖਾਦ ਦੀ ਘਾਟ, ਦੋਸ਼ਪੂਰਨ ਵਿਕਰੀ ਪ੍ਰਣਾਲੀ, ਫਸਲਾਂ ਦੀਆਂ ਬਿਮਾਰੀਆਂ ਅਤੇ ਟਿੱਡਿਆਂ ਦਾ ਜਿਹੜਾ ਹੈਗਾ ਵਾ ਹਮਲਾ, ਠੀਕ ਹੈ, ਸਾਖ ਸਹੂਲਤਾਂ ਦੀ ਘਾਟ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਆਪਣਾ ਇੱਥੇ, ਕਿ ਅਕਾਲ ਤਖਤ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਦੇਖੋ ਅਕਾਲ ਤਖਤ ਬਾਰੇ ਤੁਸੀਂ ਕੀ ਜਾਣਦੇ ਹੋ? ਤਾਂ ਗੁਰੂ ਹਰਗੋਬਿੰਦ ਸਾਹਿਬ ਹਰਿਮੰਦਰ ਸਾਹਿਬ ਵਿੱਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦੇਣ ਲੱਗੇ, ਪਰ ਸੰਸਾਰਿਕ ਵਿਸ਼ਿਆਂ ਦੇ ਨਾਲ ਗੁਰੂ ਸਾਹਿਬ ਜੀ ਨੇ ਰਾਜਨੀਤੀ ਦੀ ਸਿੱਖਿਆ ਦੇਣ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵੱਲ ਇੱਕ ਨਵਾਂ ਭਵਨ ਬਣਾਇਆ, ਜਿਸ ਦਾ ਨਾਂ ਅਕਾਲ ਤਖਤ ਈਸ਼ਵਰ ਦੀ ਗੱਦੀ ਰੱਖਿਆ ਗਿਆ। ਇਸ ਨਵੇਂ ਭਵਨ ਵਿੱਚ ਇੱਕ ਚਤੁਰਬਾ ਜਿਹੜਾ ਹੈਗਾ ਚਬੂਤਰਾ ਵੀ ਜਿਹੜਾ ਹੈਗਾ ਬਣਵਾਇਆ ਗਿਆ। ਇਸ ਚਬੂਤਰੇ 'ਤੇ ਬੈਠ ਕੇ ਉਹ ਸਿੱਖਾਂ ਦੀ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ। ਇਸੇ ਥਾਂ 'ਤੇ ਉਹ ਆਪਣੇ ਸੈਨਿਕਾਂ ਨੂੰ ਵੀਰ ਰਸ ਦੀਆਂ ਵਾਰਾਂ ਸੁਣਾਉਂਦੇ ਸਨ। ਅਕਾਲ ਤਖਤ ਦੇ ਨੇੜੇ ਹੀ ਉਹ ਅਖਾੜੇ ਵਿੱਚ ਸਿੱਖਾਂ ਨੂੰ ਜਿਹੜਾ ਹੈਗਾ ਕਸਰਤ ਲਈ ਪ੍ਰੇਰਿਤ ਕਰਦੇ ਸਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ 6ਵਾਂ ਪ੍ਰਸ਼ਨ ਆਪਣਾ, ਕਿ ਗਦਰ ਪਾਰਟੀ ਨੇ ਪੰਜਾਬ ਵਿੱਚ ਆਜ਼ਾਦੀ ਲਈ ਕੀ ਯਤਨ ਕੀਤੇ? ਤਾਂ ਚਲੋ ਆਨਸਰ ਦੇਖਦੇ ਹਾਂ ਇਸ ਦਾ। ਦੇਖੋ ਆਹੀ ਤੁਹਾਡਾ ਪ੍ਰਸ਼ਨ ਸੇਮ। ਤਾਂ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਹੈ,
ਗਦਰ ਪਾਰਟੀ ਦੁਆਰਾ ਜਿਹੜਾ ਹੈਗਾ ਪੰਜਾਬ ਵਿੱਚ ਆਜ਼ਾਦੀ ਲਈ ਕੰਮਾਂ ਦਾ ਜਿਹੜਾ ਹੈਗਾ ਵਰਣਨ ਇਸ ਤਰ੍ਹਾਂ ਹੈ। ਤਾਂ ਸਭ ਤੋਂ ਪਹਿਲਾਂ ਦੇਖੋ, ਰਾਸ ਬਿਹਾਰੀ ਬੋਸ ਨੇ ਲਾਹੌਰ, ਫਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨ, ਪੇਸ਼ਾਵਰ ਅਤੇ ਕਈ ਹੋਰ ਛਾਉਣੀਆਂ ਵਿੱਚ ਆਪਣੇ ਪ੍ਰਚਾਰਕ ਭੇਜੇ। ਇਹਨਾਂ ਪ੍ਰਚਾਰਕਾਂ ਨੇ ਸੈਨਿਕਾਂ ਨੂੰ ਬਗਾਵਤ ਲਈ ਤਿਆਰ ਕੀਤਾ। ਦੂਸਰਾ ਪੁਆਇੰਟ, ਕਰਤਾਰ ਸਿੰਘ ਸਰਾਭਾ ਨੇ ਕਪੂਰਥਲਾ ਦੇ ਲਾਲਾ ਰਾਮ ਸਰਨ ਦਾਸ ਨਾਲ ਮਿਲ ਕੇ ਗਦਰ ਨਾਂ ਦਾ ਜਿਹੜਾ ਹੈਗਾ ਵਾ ਹਫ਼ਤਾਵਾਰ ਰਸਾਲਾ ਛਾਪਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋ ਸਕਿਆ। ਫਿਰ ਵੀ ਉਹ ਗਦਰ ਗੂੰਜ ਛਾਪਦਾ ਰਿਹਾ। ਤੀਸਰਾ ਪੁਆਇੰਟ, ਸਰਾਭਾ ਨੇ ਫਰਵਰੀ 1915 ਵਿੱਚ ਫਿਰੋਜ਼ਪੁਰ ਵਿੱਚ ਹਥਿਆਰਬੰਦ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਰਪਾਲ ਸਿੰਘ ਨਾਂ ਦੇ ਇੱਕ ਸਿਪਾਹੀ ਦੀ ਧੋਖੇਬਾਜ਼ੀ ਦੇ ਕਾਰਨ ਉਸਦਾ ਜਿਹੜਾ ਹੈਗਾ ਵਾ ਭੇਤ ਖੁੱਲ੍ਹ ਗਿਆ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਦੇਖੋ ਕੀ ਆਪਣਾ ਹਾਂਜੀ, ਭਾਰਤੀ ਨਾਗਰਿਕਾਂ ਦੇ ਫਰਜ਼ਾਂ ਨੂੰ ਕਿਉਂ ਅਤੇ ਕਦੋਂ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ। ਤਾਂ ਆਨਸਰ ਦੇਖੋ ਇਹਦਾ ਕੀ ਆ ਜਾਏਗਾ। ਤਾਂ ਦੇਖੋ ਕੀ ਹੈ, ਭਾਰਤੀ ਨਾਗਰਿਕਾਂ ਦੇ ਕਰਤੱਵ ਹੇਠ ਲਿਖੇ ਅਨੁਸਾਰ ਹਨ। ਜਿਵੇਂ ਕਿ ਆ ਦੇਖੋ ਪ੍ਰਸ਼ਨ ਮਿਲਾ ਲਓ, ਪਹਿਲਾਂ ਆਹੀ ਸੇਮ ਪ੍ਰਸ਼ਨ ਹੈ। ਤਾਂ ਦੇਖੋ ਕੀ ਹੈ, ਸੰਵਿਧਾਨ ਦੀ ਪਾਲਣਾ ਕਰਨੀ ਅਤੇ ਇਸਦੇ ਆਦਰਸ਼ਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਆਦਰ ਕਰਨਾ, ਭਾਰਤ ਦੇ ਸੁਤੰਤਰਤਾ ਸੰਘਰਸ਼ ਨੂੰ ਉਤਸ਼ਾਹਿਤ ਕਰਨ ਵਾਲੇ ਆਦਰਸ਼ਾਂ ਦਾ ਆਦਰ ਅਤੇ ਪਾਲਣਾ ਕਰਨੀ। ਠੀਕ ਹੈ। ਆਪਣਾ ਤੀਸਰਾ ਪੁਆਇੰਟ, ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨੀ, ਭਾਰਤ ਦੀ ਸੁਰੱਖਿਆ ਅਤੇ ਪੁਕਾਰ ਉੱਤੇ ਰਾਸ਼ਟਰ ਦੀ ਸੇਵਾ ਕਰਨੀ, ਧਾਰਮਿਕ, ਭਾਸ਼ਾਈ, ਖੇਤਰੀ ਜਾਂ ਫਿਰ ਵਰਗ ਵਖੇਵਿਆਂ ਤੋਂ ਉੱਪਰ ਉੱਠ ਕੇ ਭਾਰਤ ਦੇ ਸਾਰੇ ਲੋਕਾਂ ਵਿੱਚ ਜਿਹੜੀ ਹੈਗੀ ਪਰਸਪਰ ਮੇਲ ਜੋਲ ਅਤੇ ਜਿਹੜਾ ਹੈਗਾ ਵਾ ਹਾਂਜੀ ਕੀ ਲਿਖਿਆ ਦੋਸਤੋ ਆਪਣਾ ਭਰਾਤਰੀ ਭਾਵ, ਠੀਕ ਹੈ ਜੀ, ਦੀ ਭਾਵਨਾ ਦਾ ਵਿਕਾਸ ਕਰਨਾ, ਸੱਭਿਆਚਾਰਕ ਵਿਰਾਸਤ ਦਾ ਸਤਿਕਾਰ ਕਰਨਾ ਅਤੇ ਇਸ ਨੂੰ ਬਣਾਈ ਰੱਖਣਾ, ਵਣਾਂ, ਝੀਲਾਂ, ਨਦੀਆਂ, ਜੰਗਲੀ ਜੀਵਾਂ ਅਤੇ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਕਰਨਾ, ਵਿਗਿਆਨਿਕ ਸੁਭਾਅ, ਮਨੁੱਖਤਾਵਾਦ, ਸਹਿਣਸ਼ੀਲਤਾ ਅਤੇ ਜਿਹੜਾ ਹੈਗਾ ਸੁਧਾਰ ਦੀ ਭਾਵਨਾ ਦਾ ਵਿਕਾਸ ਕਰਨਾ, ਸਰਵਜਨਿਕ ਸੰਪત્ਤੀ ਦੀ ਸੁਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰਨਾ। 10ਵਾਂ ਪੁਆਇੰਟ, ਰਾਸ਼ਟਰ ਦੀ ਉન્નਤੀ ਦੇ ਲਈ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਦਾ ਯਤਨ ਕਰਨਾ। ਮੂਲ ਸੰਵਿਧਾਨ ਵਿੱਚ ਨਾਗਰਿਕਾਂ ਦੇ ਕਰਤੱਵਾਂ ਦੀ ਵਿਵਸਥਾ ਨਹੀਂ ਕੀਤੀ ਗਈ ਹੈ, ਪਰ ਕਿਉਂਕਿ ਅਧਿਕਾਰਾਂ ਦੀ ਹੋਂਦ ਕਈ ਕਰਤੱਵ ਜ਼ਰੂਰੀ ਹਨ, ਇਸ ਲਈ ਇਹਨਾਂ ਨੂੰ 1976 ਵਿੱਚ ਸੰਵਿਧਾਨ ਦੀ 42ਵੀਂ ਸੋਧ ਰਾਹੀਂ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤਾਂ ਤੁਹਾਡਾ ਆਨਸਰ ਇਹ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਅੰਤਰਰਾਸ਼ਟਰੀ ਨਿਆਂ ਅਦਾਲਤਾਂ 'ਤੇ ਨੋਟ ਲਿਖੋ। ਤਾਂ ਇਹਦਾ ਆਨਸਰ ਸਾਨੂੰ ਬਸ ਆਹੀ ਲੱਭਿਆ। ਠੀਕ ਹੈ। ਦੇਖੋ ਕੀ ਹੈ ਇਹਦਾ ਆਨਸਰ, ਅੰਤਰਰਾਸ਼ਟਰੀ ਨਿਆਂ ਅਦਾਲਤਾਂ ਵਿੱਚ ਕੁੱਲ 15 ਜੱਜ ਹੁੰਦੇ ਹਨ। ਇਸ ਦਾ ਮੁੱਖ ਦਫ਼ਤਰ ਹੇਗ ਜਿਹੜਾ ਹੈਗਾ ਵਾ ਯਾਨੀ ਕਿ ਹਾਲੈਂਡ ਵਿੱਚ ਹੈ। ਇਸ ਦਾ ਜਿਹੜਾ ਹੈਗਾ ਮੁੱਖ ਕੰਮ ਰਾਸ਼ਟਰਾਂ ਦੇ ਆਪਸੀ ਝਗੜਿਆਂ ਦਾ ਜਿਹੜਾ ਹੈਗਾ ਵਾ ਫੈਸਲਾ ਕਰਨਾ ਹੈ। ਤਾਂ ਸਾਨੂੰ ਬਸ ਇੰਨਾ ਕੁ ਹੀ ਇਸਦਾ ਆਨਸਰ ਲੱਭਿਆ ਸੀ। ਬਾਕੀ ਤੁਸੀਂ ਆਪਣਾ ਇਹ ਜਿਹੜਾ ਹੈਗਾ ਵਾ ਗਾਈਡ ਜਾਂ ਕਾਪੀ ਕੂਪੀ ਜਾਂ ਬੁੱਕ ਤੋਂ ਕਰ ਲੈਣਾ। ਅੱਗੇ ਹੈ ਭਾਗ ਸੱਸਾ ਪ੍ਰਸ਼ਨ ਆ। ਤਾਂ ਦੇਖੋ ਕੀ ਹੈ ਪ੍ਰਸ਼ਨ ਪਹਿਲਾ, ਭਾਰਤ ਦੇ ਜਲਵਾਯੂ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ। ਤਾਂ ਦੇਖੋ ਆਨਸਰ ਇਹੀ ਆਪਣਾ ਆਵੇਗਾ। ਦੇਖੋ ਆਹੀ ਸੇਮ ਪ੍ਰਸ਼ਨ ਆ, ਭਾਰਤ ਦੇ ਜਲਵਾਯੂ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ। ਤਾਂ ਦੇਖੋ ਸਭ ਤੋਂ ਪਹਿਲਾ ਹੈ ਭੂ ਮੱਧ ਰੇਖਾ ਤੋਂ ਦੂਰੀ। ਭਾਰਤ ਉੱਤਰੀ ਗੋਲ ਅਰਧ ਵਿੱਚ ਜਿਹੜਾ ਹੈਗਾ ਭੂ ਮੱਧ ਰੇਖਾ ਦੇ ਨੇੜੇ ਸਥਿਤ ਹੈ। ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਖੇਤਰ ਵਿੱਚ ਲਗਭਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ। ਇਸ ਲਈ ਭਾਰਤ ਨੂੰ ਗਰਮ ਪੌਣ ਪਾਣੀ ਵਾਲਾ ਜਿਹੜਾ ਹੈਗਾ ਵਾ ਦੇਸ਼ ਵੀ ਕਿਹਾ ਜਾਂਦਾ ਹੈ। ਸੈਕਿੰਡ ਪੁਆਇੰਟ, ਧਰਤਾਲ। ਇੱਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ, ਤਾਂ ਦੂਸਰੇ ਪਾਸੇ ਉੱਚੀਆਂ ਹੋਣ ਕਾਰਨ ਜਿਹੜੀਆਂ ਹੈਗੀਆਂ ਨੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮੌਨਸੂਨ ਪੌਣਾਂ ਦੇ ਰਸਤੇ ਵਿੱਚ ਰੁਕਾਵਟ ਬਣਦੀਆਂ ਹਨ, ਉੱਤਰੀ ਮੈਦਾਨ ਵਿੱਚ ਵਰਖਾ ਦਾ ਕਾਰਨ ਬਣਦੀਆਂ ਹਨ। ਤੀਸਰਾ ਪ੍ਰਸ਼ਨ ਕੀ ਹੈ, ਤੀਸਰਾ ਪੁਆਇੰਟ ਆ ਵਾਯੂ ਦਾਬ ਪ੍ਰਣਾਲੀ। ਗਰਮੀਆਂ ਦੀ ਰੁੱਤ ਵਿੱਚ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਵੱਲ ਸਿੱਧੀਆਂ ਪੈਣ ਲੱਗਦੀਆਂ ਹਨ। ਸਿੱਟੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ। ਉੱਤਰ ਵਿੱਚ ਵਿਸ਼ਾਲ ਮੈਦਾਨਾਂ ਵਿੱਚ ਘੱਟ ਹਵਾ ਦੇ ਦਬਾਅ 994 ਮਿਲੀਬਾਰ ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ। ਸਰਦੀਆਂ ਵਿੱਚ ਹਿੰਦ ਮਹਾਸਾਗਰ 'ਤੇ ਘੱਟ ਦਬਾਅ ਪੈਦਾ ਹੋ ਜਾਂਦਾ ਹੈ। ਚੌਥਾ ਪੁਆਇੰਟ, ਮੌਸਮੀ ਪੌਣਾ। ਤਾਂ ਦੇਸ਼ ਦੇ ਅੰਦਰ ਜਿਹੜਾ ਹੈਗਾ ਗਰਮੀ ਅਤੇ ਸਰਦੀ ਦੇ ਮੌਸਮ ਦੇ ਦਬਾਅ ਵਿੱਚ ਪਰਿਵਰਤਨ ਹੋਣ ਦੇ ਕਾਰਨ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵੱਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵੱਲ ਪੌਣਾ ਚੱਲਣ ਲੱਗਦੀਆਂ ਹਨ। ਸੈਕਿੰਡ ਪੁਆਇੰਟ ਇਹਦਾ ਹੀ ਆ, ਧਰਤਾਲ 'ਤੇ ਚੱਲਣ ਵਾਲੀਆਂ ਇਹਨਾਂ ਮੌਸਮੀ ਪੌਣਾ ਜਾਂ ਫਿਰ ਮੌਨਸੂਨ ਪੌਣਾ ਦੀ ਦਿਸ਼ਾ ਨੂੰ ਸੰਚਾਰੀ ਚੱਕਰ ਜਾਂ ਫਿਰ ਜੈਟ ਸਟਰੀਮ ਵੀ ਪ੍ਰਭਾਵਿਤ ਕਰਦਾ ਹੈ। ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਜਿਹੜੇ ਹੈਗੇ ਚੱਕਰਵਾਤ ਅਤੇ ਭੂ-ਮੱਧ ਜਿਹੜੀ ਹੈਗੀ ਸਾਗਰੀ ਖੇਤਰਾਂ ਦੀਆਂ ਪੱਛਮੀ ਮੌਸਮੀ ਗੜਬੜੀਆਂ ਦਾ ਪ੍ਰਭਾਵ ਦੇਸ਼ ਦੇ ਉੱਤਰੀ ਜਿਹੜੇ ਹੈਗੇ ਆ ਉੱਤਰੀ ਭਾਗਾਂ ਤੱਕ ਆ ਪੁੱਜਦਾ ਹੈ, ਭਰਪੂਰ ਵਰਖਾ ਪ੍ਰਦਾਨ ਕਰਦੇ ਹਨ। ਪੰਜਵਾਂ ਪੁਆਇੰਟ ਕੀ ਹੈ, ਹਿੰਦ ਮਹਾਸਾਗਰ ਦੀ ਨੇੜਤਾ। ਸਮੁੱਚੇ ਦੇਸ਼ ਦੀ ਜਲਵਾਯੂ 'ਤੇ ਹਿੰਦ ਮਹਾਸਾਗਰ ਦਾ ਪ੍ਰਭਾਵ ਹੈ। ਹਿੰਦ ਮਹਾਸਾਗਰ ਦੀ ਸਤਹ ਪੱਧਰੀ ਹੈ। ਸਿੱਟੇ ਵਜੋਂ ਭੂ-ਮੱਧ ਰੇਖਾ ਦੇ ਦੱਖਣੀ ਭਾਗ ਦੇ ਦੱਖਣੀ ਲੱਛਮੀ ਮਾਨਸੂਨੀ ਪੌਣਾਂ ਪੂਰੀ ਤੇਜ਼ ਗਤੀ ਨਾਲ ਦੇਸ਼ ਵੱਲ ਵੱਧਦੀਆਂ ਹਨ। ਇਹ ਪੌਣਾਂ ਸਮੁੰਦਰੀ ਭਾਗ
ਤੋਂ ਲਿਆਂਦੀ ਨਵੀਂ ਨੂੰ ਸਾਰੇ ਦੇਸ਼ ਵਿੱਚ ਖਿਡਾਉਂਦੀਆਂ ਹਨ। ਠੀਕ ਹੈ, ਤੇ ਇਹਦੇ ਨਾਲ ਹੀ ਦੂਸਰਾ ਪੁਆਇੰਟ ਇਹਦਾ ਲਿਖਿਆ ਹੋਇਆ, ਪ੍ਰਾਇਦੀਪੀ ਭਾਗ 3 ਪਾਸਿਆਂ ਤੋਂ ਸਮੁੰਦਰ ਨਾਲ ਘਿਰੇ ਹੋਣ ਕਰਕੇ ਤੱਟੀ ਭਾਗਾਂ ਵਿੱਚ ਜਿਹੜਾ ਹੈਗਾ ਵਾ ਸਮਕਾਲੀ ਜਲਵਾਯੂ ਮਿਲਦੀ ਹੈ। ਇਸ ਨਾਲ ਹੀ ਗਰਮੀਆਂ ਵਿੱਚ ਘੱਟ ਗਰਮੀ ਅਤੇ ਸਰਦੀਆਂ ਵਿੱਚ ਘੱਟ ਸਰਦੀ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਭਾਰਤ ਵਿੱਚ ਜਿਹੜੇ ਹੈਗੇ ਤਪਤ ਖੰਡੀ ਮੌਨਸੂਨੀ ਖੰਡ ਯਾਨੀ ਕਿ ਟਰੋਪੀਕਲ ਮੌਨਸੂਨ ਰੀਜਨ ਵਾਲਾ ਜਲਵਾਯੂ ਹੈ। ਇਹ ਮੌਨਸੂਨ ਪੌਣਾ ਜਿਹੜੇ ਹੈਗੇ ਵੱਖ-ਵੱਖ ਸਮੇਂ 'ਤੇ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਡੂੰਘਾ ਅਸਰ ਪਾਉਂਦੀਆਂ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਸੈਕਿੰਡ ਪ੍ਰਸ਼ਨ ਦੇਖੋ ਕੀ ਇਹਦੇ ਵਿੱਚ, ਹਾਂਜੀ ਸੈਕਿੰਡ ਪ੍ਰਸ਼ਨ ਹੈ, ਦੇਸ਼ ਵਿੱਚ ਚਾਵਲ ਜਾਂ ਫਿਰ ਝੋਨਾ, ਠੀਕ ਹੈ ਜੀ, ਝੋਨੇ ਦੀ ਜਿਹੜੀ ਹੈਗੀ ਹੈ ਖੇਤੀ ਦਾ ਵਿਸਥਾਰਪੂਰਵਕ ਵਰਣਨ ਕਰੋ। ਠੀਕ ਹੈ, ਅਗਰ ਚਾਵਲ ਆ ਜਾਵੇ ਜਾਂ ਫਿਰ ਤੁਹਾਨੂੰ ਝੋਨਾ ਪੁੱਛ ਲੈਣ, ਜਿਵੇਂ ਕਿ ਆ ਦੇਖੋ ਦਿੱਤਾ ਨੇ ਇੱਥੇ, ਦੇਸ਼ ਵਿੱਚ ਝੋਨੇ ਜਾਂ ਫਿਰ ਚਾਵਲ ਦੀ ਖੇਤੀ ਦਾ ਵਿਸਥਾਰਪੂਰਵਕ ਵਰਣਨ ਕਰੋ। ਤਾਂ ਦੇਖੋ ਝੋਨਾ ਜਾਂ ਫਿਰ ਚਾਵਲ ਭਾਰਤ ਦਾ ਸਭ ਤੋਂ ਵੱਧ ਜਿਹੜਾ ਹੈਗਾ ਮਹੱਤਵਪੂਰਨ ਖਾਦ ਅੰਨ ਹੈ। ਭਾਰਤ ਦੇ 2/3 ਲੋਕਾਂ ਦਾ ਜਿਹੜਾ ਹੈਗਾ ਮੁੱਖ ਆਧਾਰ ਚਾਵਲ ਹੀ ਹੈ। ਇਸ ਦੀ ਉਪਜ ਲਈ ਭੂਗੋਲਿਕ ਪ੍ਰਸਥਿਤੀਆਂ, ਇਸ ਦੇ ਉਤਪਾਦਕ ਜਿਹੜਾ ਹੈਗਾ ਰਾਜਾਂ ਅਤੇ ਇਸ ਦੇ ਵਪਾਰ ਦਾ ਵਰਣਨ ਇਸ ਪ੍ਰਕਾਰ ਹੈ। ਤਾਂ ਦੇਖੋ ਭੂਗੋਲਿਕ ਪ੍ਰਸਥਿਤੀਆਂ, ਝੋਨਾ ਜਾਂ ਫਿਰ ਚਾਵਲ ਦੀ ਖੇਤੀ ਜਿਹੜੀ ਹੈਗੀ ਆ ਹੇਠ ਲਿਖੀਆਂ ਭੂਗੋਲਿਕ ਪ੍ਰਸਥਿਤੀਆਂ ਅਨੁਕੂਲ ਰਹਿੰਦੀਆਂ ਹਨ। ਪਹਿਲਾ ਪੁਆਇੰਟ ਝੋਨੇ ਜਿਹੜਾ ਹੈਗਾ ਵਾ ਝੋਨਾ ਜਾਂ ਫਿਰ ਚਾਵਲ ਗਰਮ ਸਿੱਟੇ ਜਿਹੜਾ ਹੈਗਾ ਵਾ ਕਟਿਬੰਧ ਦੀ ਉਪਜ ਹੈ। ਇਸ ਦੇ ਲਈ ਜਿਹੜਾ ਹੈਗਾ ਵਾ ਉੱਚੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤਾਪਮਾਨ 25 ਡਿਗਰੀ ਸੈਂਟੀਗ੍ਰੇਡ ਤੋਂ ਜਿਹੜਾ ਹੈਗਾ ਵਾ ਵੱਧ ਹੋਣਾ ਚਾਹੀਦਾ ਹੈ। ਇਸ ਨੂੰ ਵੱਢਣ ਸਮੇਂ ਵਿਸ਼ੇਸ਼ ਰੂਪ ਨਾਲ ਤਾਪਮਾਨ ਕਾਫੀ ਉੱਚਾ ਹੋਣਾ ਚਾਹੀਦਾ ਹੈ। ਸੈਕਿੰਡ ਪੁਆਇੰਟ, ਝੋਨੇ ਲਈ ਜਿਹੜਾ ਹੈਗਾ ਵਾ ਅਧਿਕ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਦੀਆਂ ਜੜ੍ਹਾਂ ਪਾਣੀ ਵਿੱਚ ਡੁਬੋਈਆਂ ਰਹਿਣੀਆਂ ਚਾਹੀਦੀਆਂ ਹਨ। ਇਸ ਦੇ ਲਈ 100 ਸੈਂਟੀਮੀਟਰ ਤੱਕ ਦੀ ਵਰਖਾ ਚੰਗੀ ਮੰਨੀ ਜਾਂਦੀ ਹੈ। ਇਸ ਦੀ ਸਫਲਤਾ ਮੌਨਸੂਨ 'ਤੇ ਨਿਰਭਰ ਕਰਦੀ ਹੈ। ਜਿਨ੍ਹਾਂ ਭਾਗਾਂ ਵਿੱਚ ਵਰਖਾ ਘੱਟ ਹੁੰਦੀ ਹੈ ਉੱਥੇ ਬਣਾਉਟੀ ਸਿੰਜਾਈ ਦਾ ਜਿਹੜਾ ਹੈਗਾ ਸਹਾਰਾ ਲਿਆ ਜਾਂਦਾ ਹੈ। ਅਗਲਾ ਤੀਸਰਾ ਪੁਆਇੰਟ ਕੀ ਹੈ ਇਹਦੇ ਵਿੱਚ, ਝੋਨੇ ਦੀ ਖੇਤੀ ਲਈ ਉਪਜਾਊ ਮਿੱਟੀ ਚਾਹੀਦੀ ਹੈ। ਚੀਕਣੀ ਅਤੇ ਕਾਂਪ ਮਿੱਟੀ ਇਸ ਲਈ ਸਭ ਤੋਂ ਚੰਗੀ ਰਹਿੰਦੀ ਹੈ। ਚੌਥਾ ਪੁਆਇੰਟ, ਝੋਨੇ ਦੀ ਖੇਤੀ ਲਈ ਸਭ ਕੰਮ ਹੱਥ ਨਾਲ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਸ ਦੀ ਖੇਤੀ ਲਈ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ। ਇਸ ਕਾਰਨ ਇਸ ਦੀ ਖੇਤੀ ਆਮ ਤੌਰ 'ਤੇ ਉਹਨਾਂ ਭਾਗਾਂ ਵਿੱਚ ਹੁੰਦੀ ਹੈ ਜਿੱਥੇ ਜਨਸੰਖਿਆ ਅਧਿਕ ਹੋਵੇ ਅਤੇ ਸਸਤੇ ਮਜ਼ਦੂਰ ਆਸਾਨੀ ਨਾਲ ਜਿਹੜੇ ਹੈਗੇ ਆ ਮਿਲ ਜਾਣ। ਅੱਗੇ ਆਪਣਾ ਝੋਨਾ ਉਤਪਾਦਕ ਰਾਜ, ਭਾਰਤ ਦਾ ਝੋਨਾ ਉਤਪੰਨ ਕਰਨ ਲਈ ਸੰਸਾਰ ਵਿੱਚ ਦੂਸਰਾ ਸਥਾਨ ਹੈ। ਭਾਰਤ ਵਿੱਚ ਜਿਹੜਾ ਹੈਗਾ ਸਭ ਤੋਂ ਵੱਧ ਝੋਨਾ ਪੱਛਮੀ ਬੰਗਾਲ ਵਿੱਚ ਪੈਦਾ ਹੁੰਦਾ ਹੈ। ਦੂਸਰੇ ਸਥਾਨ 'ਤੇ ਤਾਮਿਲਨਾਡੂ ਅਤੇ ਤੀਸਰਾ ਬਿਹਾਰ ਅਤੇ ਝਾਰਖੰਡ ਨੂੰ ਪ੍ਰਾਪਤ ਹੈ। ਠੀਕ ਹੈ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕੇਰਲ, ਅਸਮ, ਸਿੱਕਮ, ਹਿਮਾਚਲ ਪ੍ਰਦੇਸ਼ ਆਦਿ ਮੁੱਖ ਝੋਨਾ ਉਤਪਾਦਕ ਰਾਜ ਹਨ। ਪੰਜਾਬ ਅਤੇ ਹਰਿਆਣਾ ਵਿੱਚ ਵੀ ਕਾਫੀ ਮਾਤਰਾ ਵਿੱਚ ਜਿਹੜਾ ਹੈਗਾ ਝੋਨਾ ਬੀਜਿਆ ਜਾਂਦਾ ਹੈ। ਤਾਂ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਦੇਖੋ ਕੀ ਇਹਦੇ ਵਿੱਚ, ਭਾਰਤ, ਹਾਂਜੀ ਇਹ ਹੋ ਗਿਆ ਸੀਗਾ ਚੌਲ ਵਾਲਾ। ਭਾਰਤ ਦੀ ਮੁੱਖ ਆਰਥਿਕ ਸੰਰਚਨਾਵਾਂ ਕਿਹੜੀਆਂ ਹਨ? ਠੀਕ ਹੈ ਜੀ, ਆਰਥਿਕ ਸੰਰਚਨਾਵਾਂ ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ, ਆਰਥਿਕ ਆਧਾਰਿਕ ਸੰਰਚਨਾਵਾਂ ਤੋਂ ਭਾਵ ਪੂੰਜੀ ਸਟਾਕ ਤੋਂ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਆਰਥਿਕ ਆਧਾਰਿਕ ਸੰਰਚਨਾਵਾਂ ਉਹ ਸਹੂਲਤਾਂ ਅਤੇ ਸੇਵਾਵਾਂ ਹਨ ਜੋ ਉਤਪਾਦਨ ਅਤੇ ਜਿਹੜਾ ਹੈਗਾ ਵਾ ਵਿਤਰਨ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। ਤਾਂ ਦੇਖੋ ਕੀ ਹੈ, ਭਾਰਤ ਦੀਆਂ ਮੁੱਖ ਆਰਥਿਕ ਆਧਾਰਿਕ ਸੰਰਚਨਾਵਾਂ ਹੇਠ ਲਿਖੇ ਅਨੁਸਾਰ ਹਨ, ਜਿਵੇਂ ਕਿ ਯਾਤਾਯਾਤ ਅਤੇ ਸੰਚਾਰ, ਬਿਜਲੀ, ਸਿੰਜਾਈ, ਮੁਦਰਾ ਪੂਰਤੀ, ਆਪਣਾ ਬੈਂਕਿੰਗ ਅਤੇ ਦੂਜੇ ਵਿੱਤੀ ਸੰਸਥਾਵਾਂ। ਤਾਂ ਇਹਦਾ ਆਨਸਰ ਇਹ ਵਾਲਾ ਹੋ ਜਾਏਗਾ ਜਿਹੜਾ ਕਿ ਤੁਹਾਡਾ ਪ੍ਰਸ਼ਨ ਸੀਗਾ ਆਪਣਾ, ਭਾਰਤ ਦੀਆਂ ਮੁੱਖ ਆਰਥਿਕ ਸੰਰਚਨਾਵਾਂ। ਠੀਕ ਹੈ ਜੀ, ਕਿਹੜੀਆਂ ਹਨ? ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਇਹੀ। ਤਾਂ ਦੋਸਤੋ ਇਹ ਆਪਣਾ ਤੀਸਰਾ ਪ੍ਰਸ਼ਨ ਹੋ ਗਿਆ। ਠੀਕ ਹੈ, ਤਾਂ ਚੌਥਾ ਪ੍ਰਸ਼ਨ ਹੈ, ਵਿਦੇਸ਼ੀ ਸਹਾਇਤਾ ਤੋਂ ਕੀ ਮੰਤਵ ਹੈ? ਇਸ ਦੇ ਜਿਹੜੇ ਹੈਗੇ ਮੁੱਖ ਰੂਪ ਕਿਹੜੇ ਹਨ? ਵਿਦੇਸ਼ੀ ਸਹਾਇਤਾ, ਤਾਂ ਦੇਖ ਸਕਦੇ ਹੋ ਆਹ ਤੁਹਾਡਾ ਪ੍ਰਸ਼ਨ ਆ। ਦੇਖੋ ਵਿਦੇਸ਼ੀ ਸਹਾਇਤਾ ਤੋਂ ਭਾਵ ਵਿਦੇਸ਼ੀ ਪੂੰਜੀ, ਵਿਦੇਸ਼ੀ ਕਰਜ਼ਾ ਅਤੇ ਵਿਦੇਸ਼ੀ ਅਨੁਦਾਨ ਤੋਂ ਹੈ। ਦੂਜੇ ਸ਼ਬਦਾਂ ਵਿੱਚ ਵਿਦੇਸ਼ੀ ਸਹਾਇਤਾ ਤੋਂ ਭਾਵ ਕਿਸੇ ਦੇਸ਼ ਵਿੱਚ ਵਿਦੇਸ਼ੀ ਸਰਕਾਰ ਅਤੇ ਜਿਹੜਾ ਹੈਗਾ ਨਿੱਜੀ ਵਿਅਕਤੀਆਂ, ਵਪਾਰਿਕ ਸੰਗਠਨਾਂ, ਵਿਦੇਸ਼ੀ ਜਿਹੜੇ ਹੈਗੇ ਬੈਂਕਾਂ, ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਪੂੰਜੀ ਦੇ ਨਿਵੇਸ਼, ਕਰਜ਼ਿਆਂ ਅਤੇ ਅਨੁਦਾਨਾਂ ਤੋਂ ਹੈ। ਵਿਦੇਸ਼ੀ ਸਹਾਇਤਾ ਦੀਆਂ ਕਿਸਮਾਂ, ਤਾਂ ਵਿਦੇਸ਼ੀ ਸਹਾਇਤਾ ਦੀਆਂ ਮੁੱਖ ਕਿਸਮਾਂ ਹੇਠ ਲਿਖੀਆਂ ਹਨ, ਜਿਵੇਂ ਕਿ ਵਿਦੇਸ਼ੀ ਪੂੰਜੀ। ਵਿਦੇਸ਼ੀ ਪੂੰਜੀ ਤੋਂ ਭਾਵ ਹੈ ਵਿਦੇਸ਼ੀਆਂ ਦੁਆਰਾ ਜਿਹੜਾ ਹੈਗਾ ਕਿਸੇ ਦੇਸ਼ ਦੀ ਉਤਪਾਦਕ ਕਿਰਿਆਵਾਂ ਵਿੱਚ ਕੀਤੇ ਗਏ ਨਿਵੇਸ਼ ਤੋਂ ਹੈ। ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਸਹਿਯੋਗ ਵਿਦੇਸ਼ੀ ਪੂੰਜੀ ਦੇ ਦੋ ਮੁੱਖ ਰੂਪ ਹਨ। ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਅੰਦਰ ਵਿਦੇਸ਼ੀ ਕੰਪਨੀਆਂ ਦੁਆਰਾ ਕਿਸੇ ਦੇਸ਼ ਵਿੱਚ ਕੰਪਨੀਆਂ ਕਾਇਮ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਦਾ ਜਿਹੜਾ ਹੈਗਾ ਵਾ ਪ੍ਰਬੰਧ ਵੀ ਜਿਹੜਾ ਹੈਗਾ ਕੀਤਾ ਜਾਂਦਾ ਹੈ। ਵਿਦੇਸ਼ੀ ਸਹਿਯੋਗ ਦੇ ਅੰਦਰ ਵਿਦੇਸ਼ੀ ਅਤੇ ਦੇਸੀ ਉਦਮੀ ਸੰਯੁਕਤ ਰੂਪ ਵਿੱਚ ਜਿਹੜਾ ਹੈਗਾ ਉਦਮ ਸਥਾਪਿਤ ਕਰਦੇ ਹਨ। ਸੈਕਿੰਡ ਪੁਆਇੰਟ, ਵਿਦੇਸ਼ੀ ਕਰਜ਼ੇ, ਤਾਂ ਵਿਦੇਸ਼ੀ ਕਰਜ਼ੇ ਮੁੱਖ ਰੂਪ ਵਿੱਚ ਵਿਦੇਸ਼ੀ ਸਰਕਾਰ, ਵਪਾਰਕ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਆਦਿ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਤੀਸਰਾ, ਵਿਦੇਸ਼ੀ ਅਨੁਦਾਨ, ਵਿਦੇਸ਼ੀ ਸਹਾਇਤਾ ਦਾ ਉਹ ਭਾਗ ਜੋ ਵਿਦੇਸ਼ੀ ਸਰਕਾਰਾਂ ਅਤੇ ਸੰਸਥਾਵਾਂ ਤੋਂ ਸਹਾਇਤਾ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਉਸ ਨੂੰ ਜਿਹੜਾ ਹੈਗਾ ਵਿਦੇਸ਼ੀ ਅਨੁਦਾਨ ਜਿਹੜਾ ਹੈਗਾ ਉਹ ਅਖਵਾਉਂਦਾ ਹੈ। ਇਸ ਨੂੰ ਵਾਪਸ ਨਹੀਂ ਕਰਨਾ ਪੈਂਦਾ ਹੈ। ਇਸ ਉੱਤੇ ਕੋਈ ਵੀ ਜਿਹੜਾ ਹੈਗਾ ਵਿਆਜ ਨਹੀਂ ਦੇਣਾ
ਪੈਂਦਾ ਹੈ। ਤਾਂ ਇਹ ਆਨਸਰ ਤੁਹਾਡਾ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਇੱਥੇ ਆਪਣਾ ਗੁਰੂ ਜਿਹੜੇ ਹੈਗੇ ਗੋਬਿੰਦ ਸਿੰਘ ਜੀ ਨੂੰ ਖਾਲਸਾ ਪੰਥ ਦੀ ਸਿਰਜਣਾ ਕਰਨ ਦੀ ਲੋੜ ਕਿਉਂ ਪਈ? ਠੀਕ ਹੈ, ਤਾਂ ਦੇਖੋ ਆਹੀ ਤੁਹਾਡਾ ਪ੍ਰਸ਼ਨ ਹੈ, ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਿਰਜਣਾ ਜਿਹੜੀ ਹੈਗੀ ਕਰਨ ਦੀ ਲੋੜ ਪਈ, ਕਿਉਂ ਪਈ? ਤਾਂ ਦੇਖੋ ਹਰੇਕ ਵਰਗ, ਜਾਤੀ, ਧਰਮ ਅਤੇ ਸਮੁਦਾਇ ਦੇ ਜੀਵਨ ਵਿੱਚ ਇੱਕ ਅਜਿਹਾ ਵੀ ਦਿਨ ਆਉਂਦਾ ਹੈ ਜਦੋਂ ਇਸ ਦਾ ਰੂਪ ਬਦਲਦਾ ਹੈ, ਤਾਂ ਇਸ ਦੇ ਨਾਲ ਹੀ ਉਸ ਦਾ ਜਿਹੜਾ ਹੈਗਾ ਇਤਿਹਾਸ ਵੀ ਬਦਲ ਜਾਂਦਾ ਹੈ। ਸਿੱਖ ਧਰਮ ਦੇ ਜੀਵਨ ਵਿੱਚ ਵੀ ਇੱਕ ਅਜਿਹਾ ਦਿਨ ਆਇਆ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦੇ ਸੰਤ ਸਿੰਘ ਬਣ ਕੇ ਉਭਰੇ। ਉਹ ਅਜਿਹੇ ਯੋਧਾ ਦੇ ਰੂਪ ਵਿੱਚ ਸਾਹਮਣੇ ਆਏ ਜੋ ਧਰਮ ਦੀ ਰੱਖਿਆ ਲਈ ਆਪਣੇ ਆਪ ਨੂੰ ਹੱਸਦੇ ਹੋਏ ਕੁਰਬਾਨ ਕਰ ਸਕਦੇ ਸਨ। ਇਹ ਮਹਾਨ ਪਰਿਵਰਤਨ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੀ ਜਿਹੜੀ ਹੈਗੀ ਸਥਾਪਨਾ ਨਾਲ ਹੋਇਆ। ਤਾਂ ਗੁਰੂ ਸਾਹਿਬ ਨੂੰ ਹੇਠ ਲਿਖੇ ਕਾਰਨਾਂ ਤੋਂ ਖਾਲਸਾ ਦੀ ਜਿਹੜੀ ਹੈਗੀ ਸਥਾਪਨਾ ਦੀ ਲੋੜ ਪਈ। ਤਾਂ ਦੇਖੋ ਪਹਿਲਾ ਕੀ ਹੈ ਪ੍ਰਸ਼ਨ, ਪਹਿਲੇ 9 ਗੁਰੂ ਸਾਹਿਬਾਨਾਂ ਦੇ ਕੰਮ। ਤਾਂ ਖਾਲਸਾ ਦੀ ਸਥਾਪਨਾ ਕਿਸੇ ਤਤਕਾਲੀ ਕਾਰਨ ਜਾਂ ਸਿੱਟਾ ਨਹੀਂ ਸੀ, ਸਗੋਂ ਇਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੋ ਰਹੀ ਸੀ। ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਅਤਿਆਚਾਰ ਵਿਰੁੱਧ ਆਵਾਜ਼ ਚੁੱਕੀ। ਇਸ ਪ੍ਰਕਾਰ ਉਹਨਾਂ ਨੇ ਖਾਲਸਾ ਦੀ ਸਥਾਪਨਾ ਦੇ ਬੀਜ ਬੀਜੇ, ਕਿਉਂਕਿ ਖਾਲਸਾ ਦਾ ਜਿਹੜੀ ਹੈਗੇ ਸਥਾਪਨਾ ਦਾ ਆਧਾਰ ਇਹੀ ਮੌਲਿਕ ਸਿਧਾਂਤ ਹਨ। ਗੁਰੂ ਨਾਨਕ ਦੇਵ ਜੀ ਦੇ ਬਾਅਦ ਸਾਰੇ ਜਿਹੜੇ ਹੈਗੇ ਗੁਰੂ ਸਾਹਿਬਾਨ ਨੇ ਇਹਨਾਂ ਹੀ ਸਿਧਾਂਤਾਂ ਦਾ ਵੱਧ ਚੜ੍ਹ ਕੇ ਪ੍ਰਚਾਰ ਕੀਤਾ। ਉਹਨਾਂ ਨੇ ਸੰਗਤ, ਪੰਗਤ, ਮਸੰਦ ਪ੍ਰਥਾ ਆਦਿ ਕੁਝ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਵੇਖਦੇ ਹੀ 6ਵੇਂ ਗੁਰੂ ਹਰਗੋਬਿੰਦ ਜਿਹੜੇ ਸੀਗੇ 6ਵੇਂ ਗੁਰੂ ਹਰਗੋਬਿੰਦ ਜੀ ਤਾਂ ਉਹਨਾਂ ਨੇ ਜਿਹੜਾ ਹੈਗਾ ਵਾ ਨਵੀਨ ਨੀਤੀ ਦੀ ਪੈਰਵੀ ਕੀਤੀ ਅਤੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ। ਨਵੇਂ ਜਿਹੜੇ ਹੈਗੇ 9ਵੇਂ ਗੁਰੂ ਜਿਹੜੇ ਸੀਗੇ ਆਪਣੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਕੀ ਹੋਇਆ ਦੋਸਤੋ, ਸਮੇਂ ਜਿਹੜਾ ਹੈਗਾ ਵਿੱਚ ਤਾਂ ਸਿੱਖਾਂ ਵਿੱਚ ਖਾਸ ਤੌਰ 'ਤੇ ਨਵਾਂ ਉਤਸ਼ਾਹ ਪੈਦਾ ਹੋਇਆ। ਉਹਨਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜਿਹੜੇ ਹੈਗੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਅਤੇ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਇਹ ਸ਼ਬਦ ਕਹੇ, ਨਾ ਕਿਸੇ ਤੋਂ ਡਰੇ, ਨਾ ਕਿਸੇ ਨੂੰ ਡਰਾਓ। ਠੀਕ ਹੈ, ਅੱਗੇ ਹੈ ਉਹਨਾਂ ਦੇ ਇਹਨਾਂ ਸ਼ਬਦਾਂ ਨਾਲ ਸਿੱਖਾਂ ਵਿੱਚ ਬਹਾਦਰੀ ਅਤੇ ਸਾਹਸ ਦੇ ਜਿਹੜੇ ਹੈਗੇ ਭਾਵ ਪੈਦਾ ਹੋਏ, ਜੋ ਖਾਲਸਾ ਜਿਹੜੀ ਹੈਗੀ ਆ ਜੋ ਖਾਲਸਾ ਦੀ ਸਥਾਪਨਾ ਦੀ ਬੁਨਿਆਦ ਬਣੇ। ਦੂਸਰਾ ਪੁਆਇੰਟ ਕੀ ਹੈ, ਔਰੰਗਜ਼ੇਬ ਦੇ ਜ਼ੁਲਮ। ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮੁਗਲਾਂ 'ਤੇ ਅਤਿਆਚਾਰ ਦਿਨ ਬ ਦਿਨ ਜਿਹੜੇ ਹੈਗੇ ਵੱਧਦੇ ਜਾ ਰਹੇ ਸਨ। ਮੁਗਲ ਸਮਰਾਟ ਔਰੰਗਜ਼ੇਬ ਨੇ ਹਿੰਦੂਆਂ ਦੇ ਅਨੇਕਾਂ ਜਿਹੜੀ ਹੈਗੇ ਮੰਦਿਰ ਢਾਹ ਦਿੱਤੇ ਸਨ। ਉਹਨਾਂ ਨੂੰ ਸਰਕਾਰੀ ਜਿਹੜੀ ਇੱਕ ਪਦਵੀਆਂ ਤੋਂ ਹਟਾ ਦਿੱਤਾ ਸੀ। ਉਸ ਨੇ ਜਿਹੜਾ ਹੈਗਾ ਹਿੰਦੂਆਂ ਦੇ ਵਾਧੂ ਟੈਕਸ ਅਤੇ ਕੁਝ ਹੋਰ ਅਨੁਚਿਤ ਪਾਬੰਦੀਆਂ ਵੀ ਲਗਾ ਦਿੱਤੀਆਂ ਸਨ। ਸਭ ਤੋਂ ਵੱਧ ਜਿਹੜਾ ਹੈਗਾ ਵਾ ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ। ਫਲਸਰੂਪ ਹਿੰਦੂ ਧਰਮ ਦੀ ਹੋਂਦ ਮਿਟਣ ਨੂੰ ਸੀ। ਗੁਰੂ ਗੋਬਿੰਦ ਸਿੰਘ ਜੀ ਅਤਿਆਚਾਰ ਦੇ ਵਿਰੁੱਧ ਸਨ, ਅਤਿਆਚਾਰੀ ਨੂੰ ਮਿਟਾਉਣ ਦੇ ਲਈ ਦ੍ਰਿੜ ਇਰਾਦਾ ਰੱਖਦੇ ਸਨ। ਇਸ ਲਈ ਦੋਸਤੋ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਇਸ ਸ਼ਕਤੀਸ਼ਾਲੀ ਫੌਜ ਦਾ ਜਿਹੜਾ ਹੈਗਾ ਸੰਗਠਨ ਕੀਤਾ। ਤੀਸਰਾ ਪੁਆਇੰਟ ਹੈ ਆਪਣਾ ਜਾਤ ਪਾਤ ਦੀ ਹੋਂਦ। ਭਾਰਤੀ ਸਮਾਜ ਵਿੱਚ ਹਾਲੇ ਤੱਕ ਵੀ ਜਿਹੜਾ ਹੈਗਾ ਵਾ ਬਹੁਤ ਸਾਰੀਆਂ ਬੁਰਾਈਆਂ ਤੁਰਾਈਆਂ ਆ ਰਹੀਆਂ ਸਨ। ਇਹਨਾਂ ਵਿੱਚ ਇੱਕ ਬੁਰਾਈ ਜਿਹੜੀ ਹੈ ਕਿ ਜਾਤੀ ਪ੍ਰਥਾ ਸੀ। ਉੱਚ ਨੀਚ ਦੇ ਭੇਦਭਾਵ ਦੇ ਕਾਰਨ ਹਿੰਦੂ ਜਾਤੀ ਗਿਰਾਵਟ ਵੱਲ ਜਾ ਰਹੀ ਸੀ। ਡਾਕਟਰ ਗੰਡਾ ਸਿੰਘ ਤੇ ਜਿਹੜੇ ਹੈਗੇ ਆ ਵਿਚਾਰ ਅਨੁਸਾਰ ਜਾਤ ਪਾਤ ਰਾਸ਼ਟਰੀ ਏਕਤਾ ਦੇ ਰਾਹ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ। ਠੀਕ ਹੈ ਜੀ, ਤੇ ਦੂਸਰੇ ਜਿਹੜੇ ਹੈਗੇ ਸੁੰਦਰਾ ਅਤੇ ਜਿਹੜੇ ਹੈਗਾ ਉੱਚ ਜਾਤੀ ਦੇ ਲੋਕਾਂ ਦੇ ਵਿਚਕਾਰ ਜਿਹੜਾ ਹੈਗਾ ਇੱਕ ਬਹੁਤ ਵੱਡਾ ਅੰਤਰ ਆ ਚੁੱਕਾ ਹੈ। ਠੀਕ ਹੈ ਜੀ, ਸੁੰਦਰਾ ਨਹੀਂ ਦੋਸਤੋ, ਸੁਧਰਾ ਵਾ। ਠੀਕ ਹੈ, ਇਸ ਨੂੰ ਧਿਆਨ ਨਾਲ ਦੇਖ ਲਓ, ਕਈ ਵਾਰੀ ਬੋਲਣ ਦੇ ਵਿੱਚ ਗਲਤੀ ਵੀ ਹੋ ਜਾਂਦੀ ਆ। ਇਸ ਅੰਤਰ ਨੂੰ ਜਿਹੜਾ ਹੈਗਾ ਮਿਟਾਉਣ ਲਈ ਕੋਈ ਗੰਭੀਰ ਕਦਮ ਪੁੱਟਣਾ ਬਹੁਤ ਹੀ ਜ਼ਰੂਰੀ ਸੀ। ਇਸੇ ਕਾਰਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਰਨ ਦਾ ਵਿਚਾਰ ਕੀਤਾ ਸੀ, ਜਿਸ ਵਿੱਚ ਜਾਤ ਪਾਤ ਲਈ ਕੋਈ ਥਾਂ ਨਾ ਹੋਵੇ। ਗੁਰੂ ਜੀ ਚਾਹੁੰਦੇ ਸਨ ਕਿ ਇਸ ਪੰਥ ਦੇ ਲੋਕ ਆਪਣੇ ਸਾਰੇ ਮਤਭੇਦਾਂ ਨੂੰ ਭੁੱਲ ਕੇ ਏਕਤਾ ਦੀ ਲੜੀ ਵਿੱਚ ਜਿਹੜੇ ਹੈਗੇ ਆ ਬੁੱਝ ਜਾਣ। ਚੌਥਾ ਪੁਆਇੰਟ ਜੱਟਾਂ ਦਾ ਸੁਭਾਅ। ਜੱਟਾਂ ਨੇ ਇੱਕ ਬਹੁਤ ਹੀ ਵੱਡੀ ਗਿਣਤੀ ਵਿੱਚ ਸਿੱਖ ਧਰਮ ਨੂੰ ਪ੍ਰਵਾਨ ਕਰ ਲਿਆ ਸੀ। ਉਹ ਲੇਕ ਜਿਹੜਾ ਹੈਗਾ ਵਾ ਉਹ ਲੇਕ ਸੁਭਾਅ ਤੋਂ ਹੀ ਜਿਹੜਾ ਹੈਗਾ ਯੁੱਧ ਪਸੰਦ ਸਨ। ਇੱਧਰ ਗੁਰੂ ਗੋਬਿੰਦ ਸਿੰਘ ਜੀ ਨੇ ਅਤਿਆਚਾਰੀ ਦਾ ਜਿਹੜਾ ਹੈਗਾ ਟੱਕਰਾ ਕਰਨ ਲਈ ਇੱਕ ਸੰਗਠਿਤ ਫੌਜ ਦੀ ਲੋੜ ਸੀ। ਇਸ ਲਈ ਜਿਹੜਾ ਹੈਗਾ ਵਾ ਗੁਰੂ ਜੀ ਨੇ ਸੈਨਿਕ ਸੁਭਾਅ ਵਾਲੇ ਜੱਟ ਵਰਗ ਨੂੰ ਖਾਲਸਾ ਦਾ ਅੰਗ ਬਣਾਉਣ ਦਾ ਫੈਸਲਾ ਕੀਤਾ। ਪੰਜਵਾਂ ਪੁਆਇੰਟ ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਦਾ ਵਿਰੋਧ। ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਰਿਆਸਤਾਂ ਅਤੇ ਰਾਜਿਆਂ ਨਾਲ ਮਿਲ ਕੇ ਅਤਿਆਚਾਰੀ ਮੁਗਲ ਸਮਰਾਜ ਦੇ ਵਿਰੁੱਧ ਇੱਕ ਸਾਂਝਾ ਮੋਰਚਾ ਬਣਾਉਣਾ ਚਾਹੁੰਦੇ ਸਨ। ਪਰ ਛੇਤੀ ਹੀ ਗੁਰੂ ਜੀ ਨੂੰ ਇਹ ਪਤਾ ਲੱਗ ਗਿਆ ਕਿ ਪਹਾੜੀ ਰਾਜਿਆਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ। ਅਜਿਹੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਚੈ ਕਰ ਲਿਆ ਕਿ ਔਰੰਗਜ਼ੇਬ ਦੇ ਅਤਿਆਚਾਰ ਦਾ ਟੱਕਰਾ ਕਰਨ ਲਈ ਦੋਸਤੋ ਉਹਨਾਂ ਦਾ ਜਿਹੜਾ ਹੈਗਾ ਵਾ ਆਪਣਾ ਸਿਪਾਹੀਆਂ ਦਾ ਦਲ ਹੋਣਾ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਜਿਹੜੀ ਹੈਗੀ ਆ ਕੀਤੀ। ਠੀਕ ਹੈ, ਅੱਗੇ ਆਪਣਾ ਪੁਆਇੰਟ ਕੀ ਹੈ, ਦੇਖੋ ਇੱਥੇ ਆਪਣਾ ਦੋਸ਼ਪੂਰਨ ਮਸੰਦ ਪ੍ਰਥਾ। ਠੀਕ ਹੈ, ਤਾਂ ਗੁਰੂ ਜਿਹੜੇ ਹੈਗੇ ਆਪਣੇ ਕਿਹੜੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਜਿਹੜੇ ਹੈਗੇ ਮਸੰਦ ਪ੍ਰਥਾ ਜਿਹੜਾ ਹੈਗਾ ਵਾ ਮਸੰਦ ਪ੍ਰਚਾਰ। ਠੀਕ ਹੈ ਜੀ,
ਤਾਂ ਦੇਖੋ ਕੀ ਲਿਖਿਆ ਆਪਣਾ, ਮਸੰਦ ਪ੍ਰਚਾਰ ਕੰਮਾਂ ਵਿੱਚ ਬਹੁਤ ਹੀ ਸਹਾਇਕ ਸਿੱਧ ਹੋਏ ਸਨ, ਪਰ ਸਹਿਜੇ ਸਹਿਜੇ ਜਿਹੜੇ ਹੈਗੇ ਆ ਮਸੰਦ ਪ੍ਰਣਾਲੀ ਵਿੱਚ ਦੋਸ਼ ਆਉਣ ਲੱਗੇ। ਮਸੰਦਾਂ ਨੇ ਜਿਹੜਾ ਹੈਗਾ ਸਿੱਖਾਂ ਦੀ ਅਗਵਾਈ ਕਰਨ ਦੀ ਬਜਾਏ ਉਹਨਾਂ ਦਾ ਸ਼ੋਸ਼ਣ ਕਰਨਾ ਆਰੰਭ ਕਰ ਦਿੱਤਾ। ਉਹ ਤੋਹਫੇ ਅਤੇ ਭੇਂਟ ਆਦਿ ਵਿੱਚ ਆਏ ਹੋਏ ਧਨ ਦੀ ਜਿਹੜੀ ਹੈਗੀ ਕੁਵਰਤੋਂ ਕਰਨ ਲੱਗੇ ਸਨ। ਠੀਕ ਹੈ ਜੀ। ਇਸ ਦੇ ਉਪਰੰਤ ਉਹ ਆਪਣੇ ਆਪ ਨੂੰ ਇੱਕ ਵਿਸ਼ੇਸ਼ ਸਨਮਾਨ ਪ੍ਰਾਪਤ ਵਰਗ ਦਾ ਗਿਣਨ ਲੱਗੇ ਸਨ। ਗੁਰੂ ਸਾਹਿਬ ਖਾਲਸਾ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਸ਼ੋਸ਼ਣ ਤੋਂ ਜਿਹੜੀ ਹੈਗੀ ਮੁਕਤੀ ਦਿਵਾਉਣਾ ਚਾਹੁੰਦੇ ਸਨ। 7ਵਾਂ ਪੁਆਇੰਟ, ਨਵੇਂ ਸੰਗਠਨ ਦੀ ਲੋੜ। ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਹੈਗੇ ਸਮੇਂ ਤੱਕ ਸਿੱਖਾਂ ਨੂੰ ਆਪਣੀ ਵੱਖਰੀ ਭਾਸ਼ਾ, ਵੱਖਰੀ ਲਿਪੀ ਅਤੇ ਤੀਰਥ ਸਥਾਨ ਅਤੇ ਵੱਖਰਾ ਧਾਰਮਿਕ ਸਾਹਿਤ ਪ੍ਰਾਪਤ ਹੋ ਚੁੱਕਾ ਸੀ। ਹੁਣ ਕੇਵਲ ਉਹਨਾਂ ਨੂੰ ਜਿਹੜਾ ਹੈਗਾ ਇੱਕ ਨਵੇਂ ਸੰਗਠਨ ਦੀ ਲੋੜ ਸੀ। ਸੰਗਠਨ ਦੀ ਇਸ ਲੋੜ ਨੂੰ ਪੂਰਾ ਕਰਨ ਲਈ ਗੁਰੂ ਜੀ ਨੇ ਖਾਲਸੇ ਦੀ ਜਿਹੜੀ ਹੈਗੀ ਸਥਾਪਨਾ ਕੀਤੀ। 8ਵਾਂ ਪੁਆਇੰਟ, ਗੁਰੂ ਜੀ ਦੇ ਜੀਵਨ ਦਾ ਉਦੇਸ਼। ਬਚਿੱਤਰ ਨਾਟਕ ਜੋ ਕਿ ਗੁਰੂ ਜੀ ਦੀ ਆਤਮ ਕਥਾ ਹੈ, ਠੀਕ ਹੈ ਜੀ, ਉਸ ਵਿੱਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਉਹਨਾਂ ਦੇ ਨਿੱਜੀ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ, ਅਤਿਆਚਾਰੀ ਲੋਕਾਂ ਦਾ ਨਾਸ਼ ਕਰਨਾ ਅਤੇ ਸੰਤ ਮਹਾਤਮਾਵਾਂ ਦੀ ਜਿਹੜੀ ਹੈਗੀ ਆ ਰੱਖਿਆ ਕਰਨਾ ਹੈ। ਕਿਸੇ ਸ਼ਾਸਤਰ ਬੁੱਧ ਜਿਹੜਾ ਹੈਗਾ ਧਾਰਮਿਕ ਸੰਗਠਨ ਦੇ ਬਿਨਾਂ ਇਹ ਉਦੇਸ਼ ਪੂਰਾ ਨਹੀਂ ਹੋ ਸਕਦਾ ਹੈ। ਫਲਸਰੂਪ ਗੁਰੂ ਸਾਹਿਬ ਨੇ ਖਾਲਸਾ ਦੀ ਜਿਹੜੀ ਹੈਗੀ ਸਥਾਪਨਾ ਜ਼ਰੂਰੀ ਸਮਝੀ। ਤਾਂ ਇਹ ਤੁਹਾਡਾ ਆਨਸਰ ਪੂਰਾ ਦਾ ਪੂਰਾ ਹੋ ਗਿਆ। ਅਗਲਾ ਪ੍ਰਸ਼ਨ ਕੀ ਹੈ ਇਹਦੇ ਵਿੱਚ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਲਈ ਜਿਹੜਾ ਹੈਗਾ ਕੀ ਯਤਨ ਕੀਤੇ। ਤਾਂ ਦੇਖੋ ਦੋਸਤੋ, ਆਹੀ ਆਪਣਾ ਪ੍ਰਸ਼ਨ ਆ, ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਲਈ ਕੀ ਯਤਨ ਕੀਤੇ। ਦੇਖੋ, ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਇੱਕ ਮਹਾਨ ਦੇਸ਼ ਭਗਤ ਸਨ। ਉਹਨਾਂ ਨੇ ਜਿਹੜਾ ਹੈਗਾ ਬਾਬਾ ਬਾਲਕ ਸਿੰਘ ਤੋਂ ਬਾਅਦ ਪੰਜਾਬ ਵਿੱਚ ਨਾਮਧਾਰੀ ਜਾਂ ਫਿਰ ਕੂਕਾ ਲਹਿਰ ਦੀ ਅਗਵਾਈ ਕੀਤੀ। ਬਾਬਾ ਰਾਮ ਸਿੰਘ ਜੀ ਨੇ 1857 ਈਸਵੀ ਵਿੱਚ ਕੁਝ ਲੋਕਾਂ ਨੂੰ ਜਿਹੜਾ ਹੈਗਾ ਅੰਮ੍ਰਿਤ ਛਕਾ ਕੇ ਨਾਮਧਾਰੀ ਲਹਿਰ ਨੂੰ ਸੰਗਠਿਤ ਰੂਪ ਪ੍ਰਦਾਨ ਕੀਤਾ। ਤਾਂ ਇੱਕ ਹੋਰ ਗੱਲ ਧਿਆਨ ਰੱਖਿਓ, ਜਿਵੇਂ ਕਿ ਇੱਥੇ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਲਿਖਿਆ ਨਾ, ਤਾਂ ਕਈ ਵਾਰੀ ਇੱਥੇ ਨਾ ਬਾਬਾ ਰਾਮ ਸਿੰਘ ਜੀ ਆ ਜਾਂਦਾ ਵਾ ਕਿ ਬਾਬਾ ਰਾਮ ਸਿੰਘ ਜੀ ਦੇ ਭਾਰਤ ਦੀ ਆਜ਼ਾਦੀ ਲਈ ਕੀ ਯਤਨ ਕੀਤੇ ਉਹਦੇ ਬਾਰੇ ਲਿਖੋ। ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ, ਬਾਬਾ ਰਾਮ ਸਿੰਘ ਜੀ ਆ ਜਾਵੇ ਜਾਂ ਫਿਰ ਸਤਿਗੁਰੂ ਰਾਮ ਸਿੰਘ ਜੀ ਆ ਜਾਵੇ, ਗੱਲ ਇੱਕ ਹੀ ਹੈ। ਠੀਕ ਹੈ ਜੀ। ਤੇ ਅੱਗੇ ਦੋਸਤੋ, ਭਾਵੇਂ ਇਸ ਲਹਿਰ ਦਾ ਜਿਹੜਾ ਹੈਗਾ ਮੁੱਖ ਮੰਤਵ ਧਾਰਮਿਕ ਅਤੇ ਸਮਾਜਿਕ ਸੁਧਾਰ ਲਈ ਜਿਹੜਾ ਹੈਗਾ ਕੰਮ ਕਰਨਾ ਸੀ, ਤਾਂ ਵੀ ਇਸ ਨੇ ਜਿਹੜਾ ਹੈਗਾ ਅੰਗਰੇਜ਼ੀ ਸ਼ਾਸਨ ਦਾ ਵਿਰੋਧ ਕੀਤਾ ਅਤੇ ਉਸ ਨਾਲ ਜਿਹੜਾ ਹੈਗਾ ਨਾ ਮਿਲਵਰਤਨ ਦੀ ਨੀਤੀ ਜਿਹੜੀ ਹੈਗੀ ਆ ਅਪਣਾਈ। ਅੱਗੇ ਆਪਣਾ ਕੀ ਹੈ ਦੋਸਤੋ ਕਿ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਗਤੀਵਿਧੀਆਂ। ਤਾਂ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਇੱਥੇ ਦੇ ਜਿਹੜੇ ਹੈਗੇ ਆ, ਹਾਂਜੀ, ਜਿੱਥੇ ਵੀ ਦੋਸਤੋ ਜਾਂਦੇ ਸਨ ਉਹਨਾਂ ਨਾਲ ਘੋੜਸਵਾਰਾਂ ਦੀ ਜਿਹੜੀ ਹੈਗੀ ਟੋਲੀ ਜਿਹੜੀ ਹੈਗੀ ਜ਼ਰੂਰ ਜਾਂਦੀ। ਇਸ 'ਤੇ ਅੰਗਰੇਜ਼ ਸਰਕਾਰ ਸੋਚਣ ਲੱਗੀ ਕਿ ਨਾਮਧਾਰੀ ਕਿਸੇ ਬਗਾਵਤ ਦੀ ਤਿਆਰੀ ਕਰ ਰਹੇ ਹਨ। ਦੂਸਰਾ ਪੁਆਇੰਟ, ਅੰਗਰੇਜ਼ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਡਾਕ ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਸਨ। ਤੀਸਰਾ ਪੁਆਇੰਟ, ਪ੍ਰਚਾਰ ਦੀ ਸਹੂਲਤ ਨੂੰ ਮੁੱਖ ਰੱਖਦੇ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪੰਜਾਬ ਨੂੰ 22 ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਪਰ ਜਿਹੜਾ ਹੈਗਾ ਹਰ ਇੱਕ ਸੂਬੇ ਵਿੱਚ ਇੱਕ ਸੇਵਾਦਾਰ ਹੁੰਦਾ ਸੀ, ਉਸ ਨੂੰ ਜਿਹੜਾ ਹੈਗਾ ਸੂਬੇਦਾਰ ਵੀ ਜਿਹੜਾ ਹੈਗਾ ਵਾ ਕਿਹਾ ਜਾਂਦਾ ਸੀ। ਨਾਮਧਾਰੀਆਂ ਦੀ ਇਹ ਕਾਰਵਾਈ ਅੰਗਰੇਜ਼ਾਂ ਨੂੰ ਡਰਾ ਰਹੀ ਸੀ। ਅੱਗੇ ਆਪਣਾ ਪ੍ਰਸ਼ਨ ਚੌਥਾ ਪੁਆਇੰਟ ਕੀ ਹੈ, 1869 ਈਸਵੀ ਵਿੱਚ ਨਾਮਧਾਰੀਆਂ ਜਾਂ ਫਿਰ ਕੂਕਿਆਂ ਨੇ ਆਪਣੀ ਸੰਬੰਧ ਕਸ਼ਮੀਰ ਦੇ ਹਾਕਮ ਨਾਲ ਜੋੜੇ। ਉਹਨਾਂ ਨੇ ਨਾਮਧਾਰੀਆਂ ਕੂਕਿਆਂ ਨੂੰ ਫੌਜੀ ਸਿਖਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ। ਪੰਜਵਾਂ ਪੁਆਇੰਟ, ਨਾਮਧਾਰੀ ਲੋਕਾਂ ਨੇ ਗਊ ਰੱਖਿਆ ਦਾ ਕੰਮ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ। ਉਹ ਗਊ ਰੱਖਿਆ ਲਈ ਜਿਹੜਾ ਹੈਗਾ ਵਾ ਬੁੱਚੜਾ ਨੂੰ ਵੀ ਮਾਰ ਦਿੰਦੇ ਸਨ। 1871 ਈਸਵੀ ਵਿੱਚ ਉਹਨਾਂ ਨੇ ਰਾਏਕੋਟ ਅੰਮ੍ਰਿਤਸਰ ਦੇ ਕੁਝ ਬੁੱਚੜਖਾਨਿਆਂ 'ਤੇ ਹਮਲਾ ਕਰਕੇ ਬੁੱਚੜਾਂ ਨੂੰ ਮਾਰ ਦਿੱਤਾ। ਅੱਗੇ ਹੈ 6ਵਾਂ ਪੁਆਇੰਟ, ਜਨਵਰੀ 1872 ਈਸਵੀ ਵਿੱਚ 150 ਕੂਕਿਆ ਨਾਮਧਾਰੀਆਂ ਦਾ ਇੱਕ ਜੱਥਾ ਬੁੱਚੜਾਂ ਨੂੰ ਸਜ਼ਾ ਦੇਣ ਦੇ ਹਥਿਆਰ ਖੋਣ ਲਈ ਮਲੇਰਕੋਟਲਾ ਪੁੱਜਾ। 15 ਜਨਵਰੀ 1872 ਈਸਵੀ ਨੂੰ ਕੂਕਿਆਂ ਤੇ ਜਿਹੜਾ ਹੈਗਾ ਵਾ ਕੂਕਿਆਂ ਅਤੇ ਮਲੇਰਕੋਟਲਾ ਦੀ ਸੈਨਾ ਵਿਚਕਾਰ ਘਮਾਸਾਨ ਦੀ ਲੜਾਈ ਵਿੱਚ ਹੋਈ। ਠੀਕ ਹੈ ਜੀ। ਤੇ ਦੋਨਾਂ ਪਾਸਿਆਂ ਦੇ ਅਨੇਕਾਂ ਆਦਮੀ ਮਾਰੇ ਗਏ। ਅੰਗਰੇਜ਼ ਸਰਕਾਰ ਨੇ ਕੂਕਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਵਿਸ਼ੇਸ਼ ਸੈਨਾ ਮਲੇਰਕੋਟਲਾ ਭੇਜੀ। 68 ਕੂਕਿਆਂ ਨੇ ਗ੍ਰਿਫਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਉਹਨਾਂ ਵਿੱਚ 49 ਕੂਕੇ ਜਿਹੜੇ ਸੀਗੇ, ਠੀਕ ਹੈ ਜੀ, 49 ਕੂਕਿਆਂ ਨੂੰ 17 ਜਨਵਰੀ 1872 ਈਸਵੀ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ। ਸਰਕਾਰੀ ਮੁਕੱਦਮੇ ਤੋਂ ਬਾਅਦ 16 ਕੂਕਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ਦੋਸਤੋ। ਤੇ ਉਸ ਤੋਂ ਬਾਅਦ ਸੱਚ ਤਾਂ ਇਹ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਦੀ ਅਗਵਾਈ ਵਿੱਚ ਨਾਮਧਾਰੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਜਿਹੜੇ ਕਿ ਉਦੇਸ਼ ਉੱਪਰ ਡਟੇ ਰਹੇ। ਠੀਕ ਹੈ, ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅਗਲਾ ਪ੍ਰਸ਼ਨ ਇਹਦੇ ਨਾਲ ਦੇਖੋ ਕੀ ਆਪਣਾ ਇੱਥੇ ਅਗਲਾ ਇਹ ਹੋ ਗਿਆ, ਮੌਲਿਕ ਅਧਿਕਾਰਾਂ ਅਤੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ ਮੂਲ ਭੇਦ ਦੱਸੋ। ਤਾਂ ਦੇਖੋ ਆਹੀ ਆਪਣਾ ਪ੍ਰਸ਼ਨ ਆ, ਮੌਲਿਕ ਅਧਿਕਾਰ ਅਤੇ ਰਾਜਨੀਤਿਕ ਨਿਰਦੇਸ਼ਕ ਸਿਧਾਂਤਾਂ ਵਿੱਚ ਮੂਲ ਭੇਦ ਦੱਸੋ। ਤਾਂ ਦੇਖੋ ਮੌਲਿਕ ਅਧਿਕਾਰ ਅਤੇ ਰਾਜਨੀਤਿਕ ਨਿਰਦੇਸ਼ਕ ਸਿਧਾਂਤ ਵਿੱਚ ਹੇਠ ਲਿਖੇ ਮੂਲ ਭੇਦ ਫਰਕ ਹਨ। ਤਾਂ ਦੇਖੋ ਇਹ ਹੈ ਜਿਹੜਾ ਹੈਗਾ ਇਹ ਹੈ ਕਿ ਸਰਕਾਰ ਨਾਗਰਿਕ ਦੇ ਕਿਸੇ ਮੌਲਿਕ ਅਧਿਕਾਰ ਦੀ ਉਲੰਘਣਾ ਕਰਦੀ ਹੈ ਤਾਂ ਨਾਗਰਿਕ ਅਦਾਲਤ ਦਾ ਦਰਵਾਜ਼ਾ ਜਿਹੜਾ ਹੈਗਾ ਖੜਕਾ ਸਕਦੀ ਹੈ, ਪਰ ਨਿਰਦੇਸ਼ਕ ਸਿਧਾਂਤ ਦੀ ਉਲੰਘਣਾ ਹੋਣ ਦੀ ਹਾਲਤ ਵਿੱਚ ਦਬਾਅ ਨਹੀਂ ਪਾਇਆ ਜਾ ਸਕਦਾ। ਦੂਸਰਾ ਪੁਆਇੰਟ,
ਮੌਲਿਕ ਅਧਿਕਾਰ ਜਿਹੜਾ ਹੈਗਾ ਵਾ ਨਕਾਰਾਤਮਕ ਹਨ, ਪਰ ਨਿਰਦੇਸ਼ਕ ਸਿਧਾਂਤ ਜਿਹੜੇ ਹੈਗੇ ਸਕਾਰਾਤਮਕ ਹਨ। ਨਕਾਰਾਤਮਕ ਤੋਂ ਭਾਵ ਰਾਜ ਦੀਆਂ ਸ਼ਕਤੀਆਂ ਉੱਤੇ ਰੋਕ ਲਾਉਣ ਤੋਂ ਹੈ। ਅੱਗੇ ਆਪਣਾ ਤੀਸਰਾ ਪੁਆਇੰਟ, ਕੁਝ ਨਿਰਦੇਸ਼ਕ ਸਿਧਾਂਤ ਮੌਲਿਕ ਅਧਿਕਾਰਾਂ ਨਾਲੋਂ ਸ੍ਰੇਸ਼ਟ ਹਨ ਕਿਉਂਕਿ ਉਹ ਵਿਅਕਤੀ ਦੀ ਬਜਾਏ ਸਮੁੱਚੇ ਸਮਾਜ ਦੀ ਭਲਾਈ ਲਈ ਹਨ। ਅੱਗੇ ਆਪਣਾ ਚੌਥਾ ਪੁਆਇੰਟ, ਮੌਲਿਕ ਅਧਿਕਾਰਾਂ ਦਾ ਉਦੇਸ਼ ਭਾਰਤ ਵਿੱਚ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਹੈ, ਪਰ ਨਿਰਦੇਸ਼ਕ ਸਿਧਾਂਤ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਸਹੀ ਅਰਥਾਂ ਵਿੱਚ ਜਿਹੜਾ ਹੈਗਾ ਲੋਕਤੰਤਰ ਨੂੰ ਲੋਕਤੰਤਰ ਬਣਾਉਂਦੇ ਹਨ। ਤਾਂ ਇਹ ਤੁਹਾਡਾ ਉੱਤਰ ਹੋ ਜਾਏਗਾ। ਅਗਲਾ ਪ੍ਰਸ਼ਨ ਕੀ ਹੈ, ਗੁੱਟ ਨਿਰਲੇਪਤਾ ਦੀ ਨੀਤੀ ਦਾ ਅਰਥ ਅਤੇ ਭਾਰਤ ਦੁਆਰਾ ਇਸ ਨੂੰ ਅਪਣਾਏ ਜਾਣ ਦਾ ਜਿਹੜਾ ਹੈਗਾ ਕਾਰਨ ਦੱਸੋ। ਤਾਂ ਦੇਖੋ ਆਹੀ ਪ੍ਰਸ਼ਨ ਹੈ, ਗੁੱਟ ਨਿਰਲੇਪਤਾ ਇਸ ਨੂੰ ਅਪਣਾਏ ਜਾਣ ਦਾ ਕਾਰਨ ਦੱਸੋ। ਤਾਂ ਦੇਖੋ ਗੁੱਟ ਨਿਰਲੇਪਤਾ ਦੀ ਨੀਤੀ ਭਾਰਤੀ ਵਿਦੇਸ਼ ਨੀਤੀ ਦੇ ਮੂਲ ਥੰਮਾਂ ਵਿੱਚੋਂ ਇੱਕ ਹੈ। ਗੁੱਟ ਨਿਰਲੇਪਤਾ ਨੀਤੀ ਦਾ ਅਰਥ, ਤਾਂ ਗੁੱਟ ਨਿਰਲੇਪਤਾ ਦਾ ਅਰਥ ਹੈ ਕਿ ਸੈਨਿਕ ਗੁੱਟਾਂ ਤੋਂ ਅਲੱਗ ਰਹਿਣਾ। ਠੀਕ ਹੈ, ਇਸ ਦਾ ਇਹ ਭਾਵ ਨਹੀਂ ਹੈ ਕਿ ਅੰਤਰਰਾਸ਼ਟਰੀ ਸਮੱਸਿਆਵਾਂ ਪ੍ਰਤੀ ਜਿਹੜਾ ਹੈਗਾ ਵਾ ਮੁੱਖ ਦਰਸ਼ਕ ਬਣੇ ਰਹਾਂਗੇ, ਸਗੋਂ ਗੁਣ ਦੇ ਆਧਾਰ ਉੱਤੇ ਜਿਹੜੇ ਹੈਗੇ ਆ ਫੈਸਲੇ ਲੈਣ ਦਾ ਯਤਨ ਕਰਾਂਗੇ। ਅਸੀਂ ਚੰਗੇ ਨੂੰ ਚੰਗਾ ਅਤੇ ਬੁਰੇ ਨੂੰ ਬੁਰਾ ਆਖਾਂਗੇ। ਠੀਕ ਹੈ, ਅੱਗੇ ਕਾਰਨ, ਤਾਂ ਦੇਖੋ ਕੀ ਹੈ, ਸੁਤੰਤਰਤਾ ਦੇ ਸਮੇਂ ਵਿਸ਼ਵ ਦੇ ਜਿਹੜੇ ਹੈਗੇ ਆ ਦੋ ਮੁੱਖ ਸ਼ਕਤੀਆਂ ਐਂਗਲੋ ਅਮਰੀਕਨ ਸ਼ਕਤੀ ਗੁੱਟ ਅਤੇ ਰੂਸੀ ਸ਼ਕਤੀ ਗੁੱਟ ਵਿੱਚ ਵੰਡਿਆ ਹੋਇਆ ਸੀ। ਵਿਸ਼ਵ ਦੀ ਸਾਰੀ ਜਿਹੜੀ ਹੈਗੀ ਰਾਜਨੀਤੀ ਇਹਨਾਂ ਗੁੱਟਾਂ ਦੇ ਦੁਆਲੇ ਘੁੰਮ ਰਹੀ ਸੀ ਅਤੇ ਦੋਹਾਂ ਵਿਚਕਾਰ ਜਿਹੜਾ ਹੈਗਾ ਵਾ ਸ਼ੀਤ ਯੁੱਧ ਚੱਲ ਰਿਹਾ ਸੀ। ਨਵਾਂ ਆਜ਼ਾਦ ਹੋਇਆ ਭਾਰਤ ਇਹਨਾਂ ਸ਼ਕਤੀ ਗੁੱਟਾਂ ਦੇ ਸੰਘਰਸ਼ ਤੋਂ ਦੂਰ ਰਹਿ ਕੇ ਹੀ ਤਰੱਕੀ ਕਰ ਸਕਦਾ ਸੀ। ਇਸ ਲਈ ਜਿਹੜਾ ਹੈਗਾ ਵਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਗੁੱਟ ਨਿਰਲਿਪਤਾ ਨੂੰ ਵਿਦੇਸ਼ ਨੀਤੀ ਦਾ ਜਿਹੜਾ ਹੈਗਾ ਆਧਾਰ ਬਣਾਇਆ। ਤਾਂ ਇਹ ਦੋਸਤੋ ਦੇਖ ਸਕਦੇ ਹੋ ਇੱਥੇ ਆਪਣਾ ਇਹ ਵਾਲਾ ਪ੍ਰਸ਼ਨ ਖਤਮ ਹੋ ਗਿਆ। ਉਸ ਤੋਂ ਬਾਅਦ ਭਾਗ ਹਾਹਾ ਵਾ, ਠੀਕ ਹੈ, ਕੀ ਨੇ ਇਹ ਸਰੋਤ ਆਧਾਰਿਤ ਪ੍ਰਸ਼ਨ ਨੇ। ਤਾਂ ਦੇਖੋ ਆਹ ਜਿਹੜਾ ਪੈਰਾ ਦਿੱਤਾ ਹੋਇਆ ਵਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਤੁਸੀਂ ਪੜ੍ਹ ਲਓ, ਫਿਰ ਜਿਹੜਾ ਹੈਗਾ ਥੱਲਾ ਜਿਹੜੇ ਹੈਗਾ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਦੋਸਤੋ 2 ਮਿੰਟ ਲਈ ਜਿਹੜਾ ਹੈਗਾ ਸਕਰੀਨ ਨੂੰ ਰੋਕੋ, ਇੱਥੇ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ ਜਦ ਤੱਕ ਮੈਂ ਵੀ ਇਸ ਨੂੰ ਰੀਡ ਕਰ ਲਿਆ। ਤਾਂ ਦੋਸਤੋ ਦੇਖੋ ਪਹਿਲਾ ਪ੍ਰਸ਼ਨ ਆ ਕਿ ਪੂਰਬ ਦਿਸ਼ਾ ਵਿੱਚ ਵਗਣ ਵਾਲੀਆਂ ਕੋਈ 2 ਨਦੀਆਂ ਦੇ ਨਾਮ ਦੱਸੋ। ਤਾਂ ਦੇਖੋ ਕਿ ਇਹਦੇ ਵਿੱਚ ਪੂਰਬ ਦਿਸ਼ਾ ਵਿੱਚ ਵਗਣ ਵਾਲੀਆਂ ਨਦੀਆਂ ਜਿਵੇਂ ਕਿ ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਅਤੇ ਇਹ ਨਦੀਆਂ ਹੈਗੀਆਂ ਹਨ। ਠੀਕ ਹੈ ਜੀ, ਤਾਂ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ 2 ਲਿਖ ਲੈਣੀ ਹਨ ਜਿਵੇਂ ਕਿ ਮਹਾਨਦੀ ਤੇ ਗੋਦਾਵਰੀ, ਇਸ ਦਾ ਰਾਈਟ ਆਨਸਰ ਹੋ ਜਾਏਗਾ। ਦੂਸਰਾ ਪ੍ਰਸ਼ਨ ਕੀ ਹੈ, ਪੂਰਬੀ ਤੱਟ ਦੇ ਕਿਸ ਭਾਗ ਨੂੰ ਕੋਰੋਮੰਡਲ ਤੱਟ ਆਖਿਆ ਜਾਂਦਾ ਹੈ। ਤਾਂ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ, ਇਹਦਾ ਆਨਸਰ ਇਹ ਆ ਜਾਏਗਾ। ਠੀਕ ਹੈ ਜੀ, ਕਿ ਕ੍ਰਿਸ਼ਨਾ ਨਦੀ ਦੇ ਡੈਲਟੇ ਤੋਂ ਕੰਨਿਆ ਕੁਮਾਰੀ ਤੱਕ ਇਸ ਨੂੰ ਕੋਰੋਮੰਡਲ ਤੱਟ ਕਹਿੰਦੇ ਹਨ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਆ ਜਾਏਗਾ, ਪੂਰਬੀ ਤੱਟ ਦੇ ਕਿਸ ਭਾਗ ਨੂੰ ਕੋਰੋਮੰਡਲ ਤੱਟ ਆਖਿਆ ਜਾਂਦਾ ਹੈ। ਤਾਂ ਇਹਦਾ ਆਨਸਰ ਦੋਸਤੋ ਜਿਹੜਾ ਹੈਗਾ ਵਾ ਇਹ ਆ ਜਾਵੇਗਾ। ਅਗਲਾ ਪ੍ਰਸ਼ਨ ਦੋਸਤੋ ਕੀ ਹੈ ਆਪਣਾ, ਪੁਲਕਿਟ ਝੀਲ ਭਾਰਤ ਦੇ ਕਿਸ ਤੱਟੀ ਮੈਦਾਨ ਵਿੱਚ ਹੈ। ਤਾਂ ਇਸ ਦਾ ਆਨਸਰ ਇਹ ਆ ਜਾਏਗਾ ਦੋਸਤੋ, ਕੋਰੋਮੰਡਲ ਤੱਟ। ਠੀਕ ਹੈ ਜੀ, ਯਾਨੀ ਕਿ ਦੋਸਤੋ ਪੁਲਕਿਟ ਝੀਲ ਜਿਹੜਾ ਹੈਗਾ ਭਾਰਤ ਦੇ ਕਿਸ ਤੱਟੀ ਮੈਦਾਨ ਤੇ ਹੈ। ਤਾਂ ਦੋਸਤੋ ਇਹ ਕੋਰੋਮੰਡਲ ਜਿਹੜਾ ਹੈਗਾ ਵਾ ਤੱਟ ਤੇ ਹੈਗਾ ਵਾ। ਅੱਗੇ ਆਪਣਾ ਚੌਥਾ ਪ੍ਰਸ਼ਨ, ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਦਾ ਨਾਮ ਕੀ ਹੈ। ਤਾਂ ਦੇਖੋ ਇਹਦਾ ਆਨਸਰ ਇਹ ਹੈ ਆਪਣਾ, ਠੀਕ ਹੈ, ਉੜੀਸਾ ਵਿੱਚ ਜਿਹੜਾ ਹੈਗਾ ਵਾ ਚਿਲਕਾ ਝੀਲ ਖਾਰੇ ਪਾਣੀ ਦੀ ਸਭ ਤੋਂ ਜਿਹੜੀ ਹੈਗੀ ਹੈ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਹੋ ਜਾਏਗਾ। ਉਸ ਤੋਂ ਬਾਅਦ ਦੋਸਤੋ ਭਾਗ ਕੱਕਾ ਵਾ, ਦੇਖੋ ਇਹ ਨਕਸ਼ੇ ਸੰਬੰਧੀ ਪ੍ਰਸ਼ਨ ਨੇ। ਤਾਂ ਨਕਸ਼ਾ ਤੁਸੀਂ ਦਿਖਾਉਣਾ ਵਾ, ਚਲੋ ਦੇਖਦੇ ਹਾਂ ਇਹ ਵੀ। ਤਾਂ ਦੇਖੋ ਭੂਗੋਲ ਭਾਰਤ ਦੇ ਨਕਸ਼ੇ ਵਿੱਚ ਕੋਈ ਜਿਹੜੇ ਹੈਗੇ 4 ਸਥਾਨ ਦਿਖਾਓ। ਤਾਂ ਚਲੋ ਦੇਖਦੇ ਹਾਂ ਇਹਦਾ ਵੀ। ਤਾਂ ਦੇਖੋ ਸਭ ਤੋਂ ਪਹਿਲਾਂ ਆਪਣਾ ਗੁਰੂ ਸ਼ਿਖਰ। ਠੀਕ ਹੈ, ਤਾਂ ਇੰਡੀਆ ਦੇ ਮੈਪ ਦੇ ਵਿੱਚ ਆਹ ਦੇਖਦੇ ਹਾਂ, ਇਹ ਤੁਹਾਡੇ ਭਾਰਤ ਜਾਂ ਫਿਰ ਇੰਡੀਆ ਦਾ ਮੈਪ ਆ। ਠੀਕ ਹੈ ਜੀ, ਤਾਂ ਦੇਖੋ ਗੁਰੂ ਸ਼ਿਖਰ ਇੱਥੇ ਆ, ਆਹ ਦੇਖ ਲਓ ਜਿਹੜਾ ਹੈਗਾ ਵਾ ਤੁਹਾਡਾ ਇਹ ਇੱਥੇ ਹੈਗਾ ਗੁਰੂ ਸ਼ਿਖਰ। ਠੀਕ ਹੈ ਜੀ, ਤੇ ਹੁਣ ਅਗਲਾ ਕੀ ਹੈ ਦੇਖ ਲੈਂਦੇ ਹਾਂ। ਇਹਦੇ ਵਿੱਚ ਅਗਲਾ ਹੈਗਾ ਵਾ ਤੁਹਾਡਾ ਕੋਰੋਮੰਡਲ ਤੱਤ ਦਿਖਾਓ। ਠੀਕ ਹੈ ਜੀ, ਤਾਂ ਕੋਰੋਮੰਡਲ ਤੱਤ ਤੁਸੀਂ ਆਹ ਦੇਖ ਸਕਦੇ ਹੋ ਕਿੱਥੇ ਹੈ, ਹਾਂਜੀ ਕੋਰੋਮੰਡਲ ਤੱਤ। ਠੀਕ ਹੈ, ਤਾਂ ਕੋਰੋਮੰਡਲ ਤੱਤ ਤੁਹਾਨੂੰ ਦਿਖਾਉਂਦੇ ਆ, ਰੁਕੋ ਇੱਥੇ। ਤਾਂ ਆਹ ਦੇਖੋ ਦੋਸਤੋ ਤੁਹਾਡਾ ਕੋਰੋਮੰਡਲ ਤੱਤ ਜਿਹੜਾ ਹੈਗਾ ਵਾ ਇੱਥੇ ਆਹ ਰਿਹਾ। ਠੀਕ ਹੈ ਜੀ, ਆਹ ਕੋਰੋਮੰਡਲ ਤੱਤ ਹੈਗਾ ਵਾ। ਅਗਲਾ ਆਪਣਾ ਕੀ ਹੈ ਇੱਥੇ ਗੋਦਾਵਰੀ ਨੂੰ ਜਿਹੜਾ ਹੈਗਾ ਵਾ ਦਿਖਾਓ। ਠੀਕ ਹੈ ਜੀ, ਗੋਦਾਵਰੀ ਦੇਖ ਲੈਂਦੇ ਆਪਣਾ ਗੋਦਾਵਰੀ ਕਿੱਥੇ ਹੈ ਦੋਸਤੋ, ਇੱਥੇ ਚਲੋ ਦਿਖਾਉਂਦੇ ਆ ਤੁਹਾਨੂੰ ਗੋਦਾਵਰੀ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਆਹ ਤੁਹਾਡੇ ਇੰਡੀਆ ਦੇ ਮੈਪ ਦੇ ਵਿੱਚ ਗੋਦਾਵਰੀ ਜਿਹੜਾ ਹੈਗਾ ਵਾ ਉਹ ਇੱਥੇ ਹੈ। ਠੀਕ ਹੈ ਜੀ, ਤੁਸੀਂ ਆਹ ਦੇਖ ਸਕਦੇ ਹੋ। ਅਗਲਾ ਕੀ ਹੈ ਦੋਸਤੋ ਇੱਥੇ ਆਪਣਾ, ਅੱਗੇ ਹੈ ਦੋਸਤੋ ਆਪਣਾ ਕੀ ਗਾਡਵਿਨ ਆਸਟਿਨ ਨੂੰ ਦਿਖਾਓ। ਤਾਂ ਦੇਖ ਲਓ ਆਹ ਭਾਰਤ ਦੇ ਮੈਪ ਦੇ ਵਿੱਚ ਗਾਡਵਿਨ ਆਸਟਿਨ ਇੱਥੇ ਹੈਗਾ ਵਾ। ਠੀਕ ਹੈ ਜੀ, ਅਗਲਾ ਆਪਣਾ ਕੀ ਇੱਥੇ, ਹਾਂਜੀ ਅਗਲਾ ਦੇਖੋ ਇੱਥੇ ਅਗਲਾ ਹੈਗਾ ਆਪਣਾ ਕਿ ਸਤਪੁੜਾ ਪਰਬਤ ਨੂੰ ਦਿਖਾਓ। ਠੀਕ ਹੈ ਜੀ, ਤਾਂ ਸਤਪੁੜਾ ਪਰਬਤ ਦੇਖ ਲੈਂਦੇ ਆ। ਤਾਂ ਸਤਪੁੜਾ ਪਰਬਤ ਜਿਹੜਾ ਹੈਗਾ ਵਾ ਤੁਸੀਂ ਆਹ ਦੇਖ ਸਕਦੇ ਹੋ ਉਹ ਇੱਥੇ ਆ। ਠੀਕ ਹੈ ਜੀ, ਸਤਪੁੜਾ ਪਰਬਤ। ਤਾਂ ਆਹ ਦੇਖੋ ਦੋਸਤੋ ਸਤਪੁੜਾ ਪਰਬਤ ਯਾਨੀ ਕਿ ਸਤਪੁੜਾ ਰੇਂਜ ਇੱਥੇ ਹੈਗਾ ਵਾ ਭਾਰਤ ਦੇ ਮੈਪ ਤੇ। ਠੀਕ ਹੈ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਇਹ ਹੈਗਾ ਵਾ ਸਤਪੁੜਾ ਰੇਂਜ। ਅਗਲਾ ਕੀ ਹੈ ਦੋਸਤੋ ਆਪਣਾ ਇੱਥੇ ਦੇਖੋ, ਹਾਂਜੀ ਤਾਂ ਅਗਲਾ ਹੈ ਆਪਣਾ ਇੱਥੇ ਵੱਧ ਸਖਰਤਾ ਵਾਲਾ ਰਾਜ
ਜਿਹੜਾ ਹੈਗਾ ਵਾ ਦਿਖਾਓ ਤਾਂ ਇਹ ਤੁਸੀਂ ਦੇਖ ਸਕਦੇ ਹੋ ਵੱਧ ਸਾਖਰਤਾ ਵਾਲਾ ਰਾਜ ਕਿਹੜਾ ਵਾ। ਆ ਦੇਖੋ ਦੋਸਤੋ ਵੱਧ ਸਾਖਰਤਾ ਵਾਲੇ 2 ਰਾਜ, ਠੀਕ ਹੈ ਜੀ। ਤਾਂ ਤੁਸੀਂ ਆਹ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਵਾ ਇੰਡੀਆ ਦੇ ਮੈਪ ਦੇ ਵਿੱਚ ਇਹ ਜਿਹੜਾ ਹੈਗਾ ਵਾ ਦੋਸਤੋ ਵੱਧ ਸਾਖਰਤਾ ਵਾਲਾ ਰਾਜ ਹੈਗਾ ਵਾ। ਜਿਵੇਂ ਕਿ ਤੁਸੀਂ ਆਹ ਮੈਪ ਤੇ ਇਹਨਾਂ ਨੇ ਇੱਥੇ 2 ਸ਼ੋ ਕੀਤਾ ਹੋਇਆ ਨਾ, ਆਹ ਦੇਖੋ ਆਹ ਜਿਹੜਾ ਸਾਈਨ ਬਣਿਆ ਹੋਇਆ ਇੱਥੇ ਤੇ ਆਹ ਜਿਹੜਾ ਨਿਸ਼ਾਨ ਆ, ਠੀਕ ਹੈ ਜੀ। ਆਹ ਦੇਖੋ ਵੱਧ ਸਾਖਰਤਾ ਵਾਲੇ 2 ਰਾਜ, ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਇੱਥੇ ਆਹ ਵਾਲਾ ਨਿਸ਼ਾਨ ਇਹਨਾਂ ਨੇ ਬਣਾਇਆ ਹੋਇਆ ਵਾ। ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਵੱਧ ਸਾਖਰਤਾ ਵਾਲਾ ਰਾਜ ਹੈਗਾ ਵਾ। ਇੱਕ ਦੋਸਤੋ ਜਿਹੜਾ ਹੈਗਾ ਤੁਹਾਡਾ ਇਹ ਇੱਥੇ ਹੈਗਾ ਵਾ, ਠੀਕ ਹੈ ਜੀ, ਕੇਰਲ ਇਹ ਹੈਗਾ ਵਾ, ਠੀਕ ਹੈ ਜੀ। ਕੇਰਲ ਦੇ ਵਿੱਚ ਵੀ ਜਿਹੜਾ ਹੈਗਾ ਵਾ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਸਾਖਰਤਾ ਦਰ ਪਾਈ ਜਾਂਦੀ ਹੈ। ਤਾਂ ਦੋਸਤੋ ਇੱਥੇ ਤੁਸੀਂ ਜਿਹੜਾ ਹੈਗਾ ਵਾ ਕੇਰਲ ਇਹ ਵਾਲਾ ਲਾ ਦਿਓ। ਤੇ ਆਹ ਜਿਹੜਾ ਕਿਹੜਾ ਵਾ ਦੋਸਤੋ ਇਹ ਤੁਸੀਂ ਮੈਨੂੰ ਦੱਸਣਾ ਵਾ, ਠੀਕ ਹੈ ਜੀ। ਇੱਕ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਆਹ ਕੇਰਲ ਹੈ ਇੱਥੇ, ਤੇ ਆਹ ਵਾਲਾ ਕਿਹੜਾ ਰਾਜ ਆ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵਾ। ਆਹ ਤੁਹਾਡਾ ਕੇਰਲ ਹੋ ਜਾਏਗਾ, ਠੀਕ ਹੈ ਜੀ। ਇਹਦਾ ਆਨਸਰ ਜਿਹੜਾ ਤੁਹਾਨੂੰ ਪੁੱਛਿਆ ਹੋਇਆ ਸੀਗਾ ਵੱਧ ਸਾਖਰਤਾ ਵਾਲਾ ਰਾਜ ਦੱਸੋ, ਕੇਰਲ ਆ ਜਾਏਗਾ, ਠੀਕ ਹੈ ਜੀ। ਤੇ ਹੁਣ ਦੋਸਤੋ ਇਤਿਹਾਸ ਦੇ ਵਿੱਚੋਂ ਪ੍ਰਸ਼ਨ ਹੈ ਤਾਂ ਦੇਖੋ ਪੰਜਾਬ 1947 ਤੋਂ ਪਹਿਲਾਂ ਦੇ ਨਕਸ਼ੇ ਵਿੱਚ ਕੋਈ 4 ਸਥਾਨ ਭਰੋ, ਜਿਵੇਂ ਕਿ ਸਭ ਤੋਂ ਪਹਿਲਾਂ ਹੈਗਾ ਵਾ ਮੁਦਕੀ, ਠੀਕ ਹੈ ਜੀ। ਤਾਂ ਦੋਸਤੋ ਚਲੋ ਦੇਖਦੇ ਆ। ਤਾਂ ਦੇਖੋ ਆਹ ਦੇਖੋ ਮੁਦਕੀ ਕਿੱਥੇ ਆਪਣਾ ਆ ਰਿਹਾ, ਠੀਕ ਹੈ ਜੀ। ਆ ਦੇਖੋ ਮੁਦਕੀ ਇੱਥੇ ਹੈਗਾ ਵਾ ਪੰਜਾਬ ਦੇ ਨਕਸ਼ੇ ਦੇ ਵਿੱਚ। ਕਦੋਂ ਦਾ ਨਕਸ਼ਾ 1947 ਤੋਂ ਪਹਿਲਾਂ ਦਾ ਨਕਸ਼ਾ ਪੰਜਾਬ ਦਾ, ਠੀਕ ਹੈ। ਮੁਦਕੀ ਆਪਣਾ ਇਹ ਰਿਹਾ। ਤੇ ਅਗਲਾ ਦੋਸਤੋ ਇਹਦੇ ਨਾਲ ਹੀ ਪੁੱਛਿਆ ਇਹਨਾਂ ਨੇ ਕਿਹੜਾ ਗੁਰਦਾਸ ਨੰਗਲ ਤੇ ਰਾਮਨਗਰ, ਠੀਕ ਹੈ ਜੀ। ਤਾਂ ਗੁਰਦਾਸ ਨੰਗਲ ਦੇਖ ਲੈਂਦੇ ਹਾਂ ਸਭ ਤੋਂ ਪਹਿਲਾਂ ਕਿੱਥੇ ਆਪਣਾ ਆ ਰਿਹਾ ਦੋਸਤੋ ਗੁਰਦਾਸ ਨੰਗਲ, ਠੀਕ ਹੈ ਜੀ। ਤੇ ਇਹਦੇ ਨਾਲ ਹੀ ਦੋਸਤੋ ਆਪਣਾ ਕੀ ਪੁੱਛਿਆ ਸੀਗਾ ਰਾਮਨਗਰ, ਠੀਕ ਹੈ ਜੀ। ਤਾਂ ਰਾਮਨਗਰ ਦੇਖਦੇ ਹਾਂ ਦੋਸਤੋ। ਆ ਦੇਖੋ ਰਾਮਨਗਰ ਤੁਹਾਡਾ ਜਿਹੜਾ ਹੈਗਾ ਵਾ ਉਹ ਇੱਥੇ ਹੈ, ਠੀਕ ਹੈ ਜੀ। ਆ ਰਿਹਾ ਰਾਮਨਗਰ ਉਹ ਇੱਥੇ ਹੈ, ਠੀਕ ਹੈ ਜੀ। ਤੇ ਆਪਣਾ ਅਗਲਾ ਦੋਸਤੋ ਕੀ ਪੁੱਛਿਆ ਸੀ ਇਹਨਾਂ ਨੇ ਭੰਗਾਣੀ ਤੇ ਸਰਹੰਦ, ਠੀਕ ਹੈ ਜੀ। ਤਾਂ ਦੇਖਦੇ ਹਾਂ ਭੰਗਾਣੀ ਕਿੱਥੇ ਹੈ ਦੋਸਤੋ, ਇੱਥੇ ਆਪਣਾ ਹਾਂਜੀ। ਤਾਂ ਆਹ ਰਿਹਾ ਤੁਹਾਡਾ ਭੰਗਾਣੀ ਇੱਥੇ ਹੈ, ਠੀਕ ਹੈ। ਤੇ ਆਪਣਾ ਜਿਹੜਾ ਹੈਗਾ ਸਰਹੰਦ ਕਿੱਥੇ ਹੈ, ਸਰਹੰਦ ਦੋਸਤੋ ਜਿਹੜਾ ਹੈਗਾ ਵਾ ਇੱਥੇ ਹੈ, ਠੀਕ ਹੈ। ਤੇ ਅਗਲਾ ਆਪਣਾ ਕੀ ਪੁੱਛਿਆ ਸੀਗਾ ਇੱਥੇ ਆਪਣਾ ਗੁਜਰਾਤ, ਠੀਕ ਹੈ ਜੀ। ਤਾਂ ਗੁਜਰਾਤ ਦਾ ਦੇਖ ਲੈਂਦੇ ਦੋਸਤੋ ਗੁਜਰਾਤ ਕਿੱਥੇ ਹੈ। ਤਾਂ ਗੁਜਰਾਤ ਤੁਹਾਡਾ ਜਿਹੜਾ ਹੈਗਾ ਵਾ ਉਹ ਇੱਥੇ ਹੈ, ਠੀਕ ਹੈ ਜੀ। ਤਾਂ ਤੁਹਾਡਾ ਇਹ ਜਿਹੜਾ ਹੈਗਾ ਵਾ ਹੋ ਗਿਆ ਪੂਰਾ ਦਾ ਪੂਰਾ ਮੈਪ ਵੀ ਅਸੀਂ ਕਰ ਲਿਆ, ਠੀਕ ਹੈ ਜੀ। ਤਾਂ ਆਹ ਸੀਗਾ ਦੋਸਤੋ ਤੁਹਾਡਾ SST ਦਾ ਪੇਪਰ ਜੋ ਕਿ ਕਲਾਸ 10th ਦਾ, ਠੀਕ ਹੈ। ਸਾਡੇ ਕੋਲ ਇੱਕ ਪੇਪਰ ਪਹੁੰਚਿਆ ਸੀਗਾ, ਪ੍ਰਸ਼ਨ ਪੱਤਰ ਪਹੁੰਚਿਆ ਸੀਗਾ ਸਮਾਜਿਕ ਵਿਗਿਆਨ ਦਾ, ਯਾਨੀ ਕਿ SST ਜਿਹਨੂੰ ਆਪਾਂ ਸਮਾਜਿਕ ਸਿੱਖਿਆ ਵੀ ਕਹਿੰਦੇ ਆ, ਠੀਕ ਹੈ ਜੀ। ਪੂਰਾ ਦਾ ਪੂਰਾ ਅਸੀਂ ਸੋਲਵ ਕਰ ਲਿਆ ਵਾ ਤੇ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਕਰਾ ਦਿੱਤੀ ਆ। ਬਾਕੀ ਮੈਂ ਸ਼ਾਂਤੀ ਗੈਸ ਪੇਪਰ ਅਪਲੋਡ ਕਰ ਚੁੱਕਿਆ ਵਾ, ਜਿਹਨਾਂ ਨੇ ਨਹੀਂ ਦੇਖਿਆ ਵਾ ਦੇਖ ਲੈਣ, ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਮੈਂ ਦੇ ਦੇਣਾ। ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।